ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰੇਕਫਾਸਟ ਸ਼ੋਅ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਨਿੱਘਾ ਸਵਾਗਤ ਕਰਦੇ ਹਾਂ। ਅੱਜ 8 ਤਰੀਕ ਤੇ ਦਿਨ ਹੋ ਗਿਆ ਜੀ ਸ਼ਨੀਚਰਵਾਰ ਦਾ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਦੀ ਤਰ੍ਹਾਂ ਠੀਕ ਠਾਕ ਹੋਵੋਗੇ ਤੇ ਸਾਡਾ ਸਾਥ ਦੇਣ ਨੂੰ ਅੱਜ ਬ੍ਰੇਕਫਾਸਟ ਸ਼ੋਅ ਦੇ ਵਿੱਚ ਤੁਸੀਂ ਰੈਡੀ ਹੋਵੋਗੇ ਤੇ ਬਹੁਤ ਨਿੱਘਾ ਸਵਾਗਤ ਆ। ਉਮੀਦ ਕਰਦੇ ਹਾਂ ਕਿ ਤੁਸੀਂ ਜਿੱਥੇ ਵੀ ਹੋਵੋਗੇ ਅੱਜ ਦਾ ਜਿਹੜਾ ਸਪੈਸ਼ਲ ਅਸੀਂ ਤੁਹਾਡੇ ਲਈ ਸ਼ੋਅ ਲੈ ਕੇ ਆਏ ਹਾਂ, ਸਪੈਸ਼ਲ ਬ੍ਰੇਕਫਾਸਟ ਸ਼ੋਅ ਦੇ ਵਿੱਚ ਜਿਹੜੇ ਸਾਡੇ ਗੈਸਟ ਤੁਹਾਡੇ ਲਈ ਲੈ ਕੇ ਆਏ ਆ, ਉਹਨਾਂ ਦਾ ਕੀ ਕਾਰਨ ਆ ਇੱਥੇ ਆਉਣ ਦਾ, ਕੀ ਉਹਨਾਂ ਨੇ ਇਤਿਹਾਸ ਦੇ ਵਿੱਚ ਜਿਹੜਾ ਤੁਹਾਡੇ ਤੇ ਪਹੁੰਚਾਉਣ ਦਾ ਕੋਸ਼ਿਸ਼ ਕੀਤੀ ਹੈਗੀ ਆ, ਇਤਿਹਾਸ ਨੂੰ ਤੇ ਜਿਹੜੀ ਮਾਡਰਨ ਟੈਕਨੋਲੋਜੀ ਨੂੰ ਰੱਖ ਕੇ ਉਹਨਾਂ ਨੇ ਆਪਣਾ ਜਿਹੜਾ ਅੱਜ ਦਾ ਜਿਹੜਾ ਬ੍ਰੇਕਫਾਸਟ ਸ਼ੋਅ ਦੇ ਵਿੱਚ ਆਏ ਹੈਗੇ ਉਹਨਾਂ ਦਾ ਤੁਹਾਨੂੰ ਮੈਂ ਥੋੜਾ ਜਿਹਾ ਪਹਿਲਾਂ ਦੱਸਦੀ ਹਾਂ ਕਿ ਉਹਨਾਂ ਦਾ ਇਹ ਇੱਥੇ ਆਉਣ ਦਾ ਕਾਰਨ ਕੀ ਹੈਗੇ ਕਿ ਸਿੱਖ ਮਿਊਜ਼ੀਅਮ ਦਾ ਜਿਹੜਾ ਵਰਚੁਅਲ ਰਿਐਲਿਟੀ ਸ਼ੋਅ ਕੇਸ ਲੈ ਕੇ ਉਹ ਅੱਜ ਸਾਡੇ ਸਿੱਖ ਚੈਨਲ ਦੇ ਵਿਹੜੇ ਵਿੱਚ ਆਏ ਹੈਗੇ ਆ, ਤੇ ਇਹ ਜਿਹਦੇ ਵਿੱਚ ਉਹ ਸਿੱਖ ਇਤਿਹਾਸ ਰਾਤ ਦੇ ਸਮੇਂ ਦੀਆਂ ਕੁਝ ਚੀਜ਼ਾਂ ਮਾਡਰਨ ਤਰੀਕੇ ਨਾਲ ਕੀਤੀ ਗਈ ਟੈਕਨੋਲੋਜੀ ਦੇ ਨਾਲ ਚਾਹੁੰਦੇ ਹਨ ਕਿ ਸਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਸਿੱਖ ਤੇ ਗੈਰ ਸਿੱਖ ਜਿਹੜੇ ਸਾਡੇ ਹੈਗੇ ਸਾਡੇ ਯੂਥ ਹੈਗਾ ਜਿਹੜਾ ਅੱਜ ਦਾ ਜਿਹੜਾ ਮਾਡਰਨ ਜਿਹੜੀ ਟੈਕਨੋਲੋਜੀ ਨੂੰ ਫੋਲੋ ਕਰ ਰਿਹਾ ਆ, ਉਹਦੇ ਨਾਲ ਉਹਨਾਂ ਦੇ ਤੱਕ ਪਹੁੰਚਾਉਣਾ ਚਾਹੁੰਦੇ ਆ ਕਿ ਉਹਨਾਂ ਦੇ ਵਿੱਚ ਹੌਸਲਾ ਹੋਵੇ ਤੇ ਅੱਗੇ ਉਹ ਆਪਣੀ ਜਿਹੜੀ ਸਾਡੀ ਹਿਸਟਰੀ ਹੈਗੀ ਆ ਉਹਨੂੰ ਹਿਸਟਰੀ ਆਪਣੇ ਇਤਿਹਾਸ ਨੂੰ ਅੱਗੇ ਪੜ੍ਹਨ ਤੇ ਅੱਗੇ ਉਹਨਾਂ ਦੇ ਨਾਲ ਜੁੜਨ। ਤੇ ਉਹਨਾਂ ਦੇ ਨਾਲ ਮੈਂ ਤੁਹਾਨੂੰ ਜਿਹੜੇ ਸਾਡੇ ਗੈਸਟ ਹੈਗੇ ਆ ਅੱਜ ਦੇ, ਉਹਨਾਂ ਦੇ ਨਾਲ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਂਦੀ ਹਾਂ ਤੇ ਉਹਨਾਂ ਦਾ ਅਸੀਂ ਵੈਲਕਮ ਕਰਦੇ ਹਾਂ। ਸਭ ਤੋਂ ਸਾਡੇ ਪਹਿਲੇ ਗੈਸਟ ਹੈਗੇ ਜੀ ਤਰਨ ਸਿੰਘ ਜੀ, ਜਿਹੜੇ ਤਰਨ 3D ਕੰਪਨੀ ਦੇ ਨਾਲ ਜੁੜੇ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਉਹਨਾਂ ਦੇ ਨਾਲ ਹੈਗੇ ਜੀ ਗੁਰਿੰਦਰ ਸਿੰਘ ਮਾਨ ਜੀ, ਜਿਹੜੇ ਸਿੱਖ ਮਿਊਜ਼ੀਅਮ ਜਿਹੜੇ ਹਿਸਟਰੀ ਦੇ ਡਾਇਰੈਕਟਰ ਹੈਗੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਕਰਤਾਰ ਸਿੰਘ ਜੀ ਜਿਹੜੇ ਕਿ ਸਿੱਖ ਮਿਊਜ਼ੀਅਮ ਦੇ ਜਨਰਲ ਸੈਕਟਰੀ ਆ, ਜਿਹੜੇ ਕਮਿਊਨਿਟੀ ਦੇ ਨਾਲ ਜੁੜੇ ਹੋਏ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਤੇ ਨਿੱਘਾ ਵੈਲਕਮ ਕਰਦੇ ਹਾਂ ਆਪਣੇ ਸਟੂਡੀਓ ਦੇ ਵਿੱਚ ਕਿ ਤੁਸੀਂ ਪਹਿਲੀ ਵਾਰ ਜਿਹੜਾ ਕਿ ਸਿੱਖ ਹਿਸਟਰੀ ਦੇ ਵਿੱਚ ਹੋ ਰਿਹਾ ਤੇ ਪਹਿਲੀ ਵਾਰ ਸਿੱਖ ਚੈਨਲ ਤੇ ਤੁਸੀਂ ਆਏ ਹੋ। ਇਹ ਜਿਹੜਾ ਕਿ ਸਿੱਖ ਮਿਊਜ਼ੀਅਮ ਦੇ ਜਿਹੜੇ ਵਰਚੁਅਲ ਰਿਐਲਿਟੀ ਸ਼ੋਅ ਕੇਸ ਲੈ ਕੇ ਜਿਹੜਾ ਕਿ ਵੱਖ-ਵੱਖ ਤੁਸੀਂ ਕਿਉਂਕਿ ਤੁਸੀਂ ਜੁੜੇ ਹੋ ਜੀ ਟੈਕਨੋਲੋਜੀ ਦੇ ਨਾਲ, ਤੁਸੀਂ ਹਿਸਟਰੀ ਦੇ ਨਾਲ, ਤੁਸੀਂ ਕਮਿਊਨਿਟੀ ਦੇ ਨਾਲ, ਤੇ ਇਹਦੇ ਬਾਰੇ ਵਿੱਚ ਅਸੀਂ ਸੰਗਤਾਂ ਦੇ ਰੂਬਰੂ ਕਰਾਉਣਾ ਹੈਗਾ ਕਿ ਇਹ ਜਿਹੜਾ ਸਪੈਸ਼ਲ ਸਾਡਾ ਅੱਜ ਦਾ ਸ਼ੋਅ ਹੈਗਾ ਤੇ ਇਹਦੇ ਵਿੱਚ ਅਸੀਂ ਸੰਗਤਾਂ ਤੱਕ ਕੀ ਮੈਸੇਜ ਤੁਸੀਂ ਲੈ ਕੇ ਆਏ ਆ, ਕਿੱਦਾਂ ਅਸੀਂ ਮੈਸੇਜ ਪਹੁੰਚਾ ਸਕਦੇ ਹਾਂ ਕਿ ਤੁਹਾਨੂੰ ਇਹ ਜਿਹੜਾ ਜਾਣ ਕੇ ਖੁਸ਼ੀ ਹੋਵੇਗੀ ਕਿ ਜਿਹੜਾ ਅੱਜ ਦਾ ਜਿਹੜਾ ਸ਼ੋਅ ਹੈਗਾ ਬਹੁਤ ਹੀ ਸਪੈਸ਼ਲ ਸ਼ੋਅ ਹੈ ਜਿਹੜਾ ਕਿ ਸਾਡੀ ਸਿੱਖ ਹਿਸਟਰੀ ਦੇ ਨਾਲ ਜੁੜਿਆ ਆ। ਤੇ ਸਭ ਤੋਂ ਪਹਿਲਾਂ ਅਸੀਂ ਜੀ ਤਰਨ ਸਿੰਘ ਜੀ, ਤੁਸੀਂ ਮੇਰੇ ਨੇੜੇ ਬੈਠੇ, ਮੈਨੂੰ ਲੱਗਦਾ ਮੈਂ ਤੁਹਾਡੇ ਕੋਲ ਵੱਲੇ ਆਉਂਦੀ ਹਾਂ ਕਿ ਤੁਸੀਂ ਟੈਕਨੋਲੋਜੀ ਦੇ ਨਾਲ ਤੁਸੀਂ ਜਿਹੜੀ ਸਿੱਖ ਹਿਸਟਰੀ ਆ ਉਹਦੇ ਜਿਹੜੇ ਸਾਡੇ ਚੀਜ਼ਾਂ ਹੈਗੀਆਂ ਸਾਡੇ ਇਤਿਹਾਸ ਨਾਲ ਜੁੜੀਆਂ, ਸਾਡੀ ਸਿੱਖੀ ਦੇ ਨਾਲ ਜੁੜੀਆਂ, ਉਹਨਾਂ ਨੂੰ ਜਿੱਦਾਂ ਕਿ ਟੈਕਨੋਲੋਜੀ ਦੇ ਨਾਲ ਤੁਸੀਂ ਇਹ ਕਿਹਾ ਕਿ ਪਹੁੰਚਾਉਣਾ ਅਸੀਂ ਆਪਣੀ ਸੰਗਤ ਤਾਈਂ, ਸਾਡੀ ਜਿਹੜੀ ਯੂਥ ਹੈਗਾ ਉਹਦੇ ਤਾਈਂ, ਇਹ ਕੀ ਹੈਗਾ ਮਤਲਬ ਤੁਸੀਂ ਇਹਦੇ ਬਾਰੇ ਵਿੱਚ ਥੋੜੀ ਜਿਹੀ ਸਾਡੀ ਸੰਗਤ ਦੇ ਨਾਲ ਦੱਸੋ ਜੀ। ਜਿੱਦਾਂ ਹੁਣ ਹਿਸਟਰੀ ਦੇ ਵਿੱਚ ਕਈ ਪ੍ਰੋਬਲਮਸ ਆਉਂਦੇ ਹੈਗੇ ਆ, ਸਪੈਸ਼ਲੀ ਸਾਡੇ ਯੂਥ ਵਾਸਤੇ, ਬੱਚਿਆਂ ਵਾਸਤੇ, ਕਿਉਂਕਿ ਕਈ ਜਿਹੜੀਆਂ ਸਾਡੀਆਂ ਇਤਿਹਾਸਿਕ ਚੀਜ਼ਾਂ ਹੈਗੀਆਂ, ਇੰਪੋਰਟੈਂਟ ਚੀਜ਼ਾਂ ਜੀ, ਜਾਂ ਉਹ ਕਿਤੇ ਪ੍ਰਾਈਵੇਟ ਕਲੈਕਸ਼ਨਸ ਦੇ ਵਿੱਚ ਹੈਗੇ ਆ ਜਾਂ ਡਿਫਰੈਂਟ ਮਿਊਜ਼ੀਅਮਸ ਦੇ ਸਟੋਰ ਰੂਮਸ ਦੇ ਵਿੱਚ ਪਏ ਹੈਗੇ ਨੇ, ਸੋ ਅਸੀਂ ਦੇਖ ਨਹੀਂ ਸਕਦੇ, ਕਾਫੀ ਔਖਾ ਆ, ਲਾਈਕ ਨੇ ਵੀ ਹੈਵ ਟੂ ਟਰੈਵਲ, ਜਿੱਦਾਂ ਦੂਰ ਜਾਣਾ ਪੈਂਦਾ ਦੇਖਣ ਵਾਸਤੇ। ਸੋ ਅਸੀਂ ਕੀਤਾ ਜਿਹੜਾ 3D ਟੈਕਨੋਲੋਜੀ ਅਸੀਂ ਵਰਤੀ ਹੈਗੀ ਆ, ਜਿਹੜੇ ਇੰਜੀਨੀਅਰਿੰਗ ਦਾ ਡਿਜ਼ਾਈਨ ਦੇ ਵਿੱਚ ਯੂਜ਼ ਹੁੰਦੀ ਹੈਗੀ ਉਹ ਦੇਖਦੇ ਹੁੰਦੇ, ਕਈ ਵਾਰੀ ਬਿਲਡਿੰਗ ਅਸੀਂ ਬਣਾਉਂਦੇ ਹੁੰਦੇ ਆ। ਸੋ ਮੇਰੀ ਬੈਕਗਰਾਊਂਡ ਹੈਗੀ ਇੰਜੀਨੀਅਰਿੰਗ 3D ਟੈਕਨੋਲੋਜੀਜ਼ ਹੈ ਨਾ, ਸੋ ਅਸੀਂ ਯੂਜ਼ ਕਰਦੇ ਹੁੰਦੇ ਸੀ ਪਏ ਕਿਸੇ ਨੇ ਬਿਲਡਿੰਗ ਬਣਾਉਣੀ, ਕਿੱਦਾਂ ਦੀ ਬਿਲਡਿੰਗ ਲੱਗੂਗੀ, ਅਸੀਂ ਫਿਰ ਉਹਦਾ ਡਿਜ਼ਾਈਨ ਬਣਾ ਕੇ ਫਿਰ ਅਸੀਂ ਦੇਖ ਸਕਦੇ ਸੀ ਕਿੱਦਾਂ ਲੱਗ ਸਕਦੀ ਆ। ਸੋ ਜਦੋਂ ਆਪਾਂ ਗੁਰਿੰਦਰ ਸਿੰਘ ਤੇ ਕਰਤਾਰ ਸਿੰਘ ਨਾਲ ਆਪਾਂ ਗੱਲ ਕਰਦੇ ਸੀ ਆਪਸ ਵਿੱਚ, ਜਦੋਂ ਆਪਾਂ ਸੋਚਦੇ ਸੀ ਪਏ ਹਿਸਟਰੀ ਬਾਰੇ, ਸਾਡੇ ਕਾਫੀਆਂ ਚੀਜ਼ਾਂ ਸਾਡੇ ਕੋਲ ਹੈਗੀਆਂ ਨਹੀਂ ਜਾਂ ਜਿੱਦਾਂ ਲੋਸਟ ਹੋ ਗਈਆਂ, ਅਸੀਂ ਉਹ ਆਪਣੇ ਬੱਚੇ ਨੂੰ ਕਿੱਦਾਂ ਦਿਖਾ ਸਕਦੇ, ਅਸੀਂ ਮਿਊਜ਼ੀਅਮ ਕਿੱਦਾਂ ਬਣਾ ਸਕਦੇ, ਕਿੱਦਾਂ ਦਿਖਾ ਸਕਦੇ ਮਤਲਬ। ਹਾਂਜੀ ਅਸੀਂ 3D ਦੇ ਵਿੱਚ ਬਣਾ ਕੇ ਸੋ ਅਸੀਂ ਸੋਚਿਆ ਪਿਆ ਅਸੀਂ ਸਕਰੀਨਸ ਤੇ ਹੁਣ ਜਿੱਦਾਂ ਆਹ ਸਕਰੀਨ ਹੈਗਾ ਅਸੀਂ ਜਿੱਦਾਂ ਦਿਖਾ ਸਕਦੇ ਆ ਆਬਜੈਕਟ ਅਸੀਂ ਬਣਾ ਕੇ ਤੁਸੀਂ ਦੇਖ ਸਕਦੇ ਆ। ਹੁਣ ਆਹ ਗੁਰੂ ਗੋਬਿੰਦ ਸਿੰਘ ਜੀ ਦਾ ਚਰੇਨਾ ਆ ਅਸੀਂ ਬਣਾਇਆ ਕੰਪਿਊਟਰ ਦੇ ਵਿੱਚ, ਹੁਣ ਜਿਹੜਾ ਮਰਜ਼ੀ ਦੇਖ ਸਕਦਾ।
ਹਨਾ। ਮਤਲਬ ਤੁਹਾਡਾ ਕਹਿਣੇ ਦਾ ਮਤਲਬ ਹੈ ਕਿ ਜਿਹੜੇ ਅੱਜ ਦੀ ਜਨਰੇਸ਼ਨ ਹੈਗੀ ਆ ਉਹਦੇ ਲਈ ਤਾਂ ਬਹੁਤ ਈਜ਼ੀ ਹੈਗਾ, ਲੇਕਿਨ ਜਿੱਦਾਂ ਜਿਹੜੇ ਸਾਡੇ ਬਜ਼ੁਰਗ ਹੈਗੇ ਘਰਾਂ ਦੇ ਵਿੱਚ ਬੈਠੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਪਤਾ, ਉਹਨਾਂ ਦੇ ਮਤਲਬ ਅਗਰ ਉਹਨਾਂ ਨੇ ਦੇਖਣਾ ਹੋਵੇ ਤਾਂ ਉਹ ਆਪਣੇ ਬੱਚਿਆਂ ਨੂੰ ਕਹਿ ਸਕਦੇ ਆ ਜਾਂ ਉਹਨਾਂ ਦਾ ਹੋਰ ਕੋਈ ਤਰੀਕਾ ਹੈਗਾ ਦੇਖਣੇ ਦਾ? ਉਹ ਹੁਣ ਜਿੱਦਾਂ ਹੁਣ ਆਪਾਂ ਸਕਰੀਨ ਬਣਾਈ ਹੈਗੀ ਹੈ, ਇਹ ਹੁਣ ਆਪਾਂ ਵੈਬਸਾਈਟ ਤੇ ਵੀ ਲਾ ਦਿੱਤੀ ਸੀ। ਵੈਬਸਾਈਟ ਤੇ ਆਪਣੇ ਮੋਬਾਈਲ ਤੇ ਵੀ ਤੁਸੀਂ ਆਪਣੇ ਵੈਬਸਾਈਟ ਜਾ ਕੇ ਤੁਸੀਂ ਦੇਖ ਸਕਦੇ ਆ ਜੀ। ਤਾਂ ਤੁਸੀਂ ਆਲਸੋ ਅਸੀਂ ਵਰਚੁਅਲ ਰਿਐਲਿਟੀ ਦੇ ਵਿੱਚ ਨਾ ਤੁਸੀਂ ਜਿੱਦਾਂ ਗਲਾਸਿਸ ਲਾ ਕੇ ਤੁਸੀਂ ਉੱਥੇ ਫਿਰ ਤੁਹਾਡੇ ਐਨ ਮੋੜੇ ਆ ਜਾਂਦੀ ਉਹ ਚੀਜ਼। ਮਤਲਬ ਇਹ ਜਿਹੜੀ ਆ ਤੁਸੀਂ ਜਿਹੜੇ ਜਿੱਦਾਂ ਕਿ ਕੰਪਿਊਟਰ ਨਹੀਂ ਵਰਤ ਸਕਦੇ, ਜਿੱਦਾਂ ਕਿ ਆਪਣੇ ਕੋਈ ਵੀ ਹੈਗਾ ਪਰਿਵਾਰ ਦਾ ਮੈਂਬਰ ਆ, ਉਹਦੇ ਲਈ ਬਹੁਤ ਆਸਾਨ ਤਰੀਕਾ ਹੋ ਗਿਆ ਕਿ ਤੁਸੀਂ ਕੀ ਦੇਖਣਾ ਚਾਹੁੰਦੇ ਹਿਸਟਰੀ ਦਾ ਉਹ ਤੁਸੀਂ ਕੱਢ ਕੇ ਤਾਂ ਮਤਲਬ ਜੋ ਤੁਸੀਂ ਵੈਬਸਾਈਟ ਤੇ ਪਾਇਆ। ਹਾਂਜੀ, ਜਿੱਦਾਂ ਆਪਣੇ ਜਿੱਦਾਂ ਯੰਗਸਟਰ ਕਿਉਂਕਿ ਉਹਨਾਂ ਨੂੰ ਕਾਫੀ ਪਤਾ ਹੈ, ਉਹਨਾਂ ਦੇ ਵਾਸਤੇ ਬਹੁਤ ਈਜ਼ੀ ਹੈਗਾ। ਪਰ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ। ਤਾਂ ਪੇਰੈਂਟਸ ਨੂੰ ਜਿੱਦਾਂ ਅਸੀਂ ਜ਼ਿਆਦਾ ਕਰਕੇ ਕਹਿੰਦੇ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਨਕਰੇਜ ਕਰੋ, ਤੁਸੀਂ ਵੀ ਨਾਲ ਦੇਖੋ। ਸੋ ਤੁਸੀਂ ਉਹਨਾਂ ਨੂੰ ਕਹੋ ਕਿ ਅਸੀਂ ਇਹ ਚੀਜ਼ ਦੇਖਣੀ ਆ, ਤੁਸੀਂ ਸਾਨੂੰ ਦਿਖਾਓ। ਵੈਬਸਾਈਟ ਤੇ ਜਾ ਕੇ ਫਿਰ ਤੁਸੀਂ ਫਿਰ ਦੇਖ ਸਕਦੇ ਚੀਜ਼ਾਂ ਜਿੱਦਾਂ ਲੱਗਦੀਆਂ ਵੀ ਤੁਹਾਡੇ ਉਹਦੇ ਪਈਆ। ਜਿੱਦਾਂ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੇ ਆ ਕਿ ਅੱਜ ਦੀ ਜਿਹੜੀ ਟੈਕਨੋਲੋਜੀ ਹੈਗੀ ਆ, ਜਿੱਦਾਂ ਕਈ ਵਾਰੀ ਆਪਾਂ ਟੈਕਨੋਲੋਜੀ ਜਿਹੜੇ ਤੁਹਾਡੇ ਘਰ ਦੇ ਵਿੱਚ ਬੱਚੇ ਹੁੰਦੇ ਆ ਆਪਣੇ ਕੰਪਿਊਟਰ ਤੇ ਕਾਫੀ ਕੁਝ ਕਰਦੇ ਆ, ਲੇਕਿਨ ਘਰ ਵਾਲਿਆਂ ਨੂੰ ਕੁਝ ਪਤਾ ਨਹੀਂ ਹੁੰਦਾ। ਲੇਕਿਨ ਜਿਹੜਾ ਹਿਸਟਰੀ ਦੇ ਨਾਲ ਜੁੜਿਆ ਜਿਹੜੇ ਸਾਡੀ ਸੰਗਤ ਹੈਗੀ ਆ, ਉਹਨੂੰ ਇਹ ਸਭ ਤੋਂ ਜਿਹੜਾ ਆਸਾਨ ਤਰੀਕਾ ਤੇ ਨਾਲ ਜੁੜਨੇ ਦਾ, ਕਿਉਂਕਿ ਆਪਾਂ ਤਰਸਦੇ ਰਹਿੰਦੇ ਕਿ ਸਾਡੇ ਸ਼ਸਤਰਾਂ ਦੇ ਸਾਡੇ ਗੁਰੂਆਂ ਦੀਆਂ ਜਿਹੜੀਆਂ ਵਸਤਰ ਹੈਗੇ ਆ ਜਾਂ ਜੁੜੀਆਂ ਦੇ ਨਾਲ ਹਿਸਟਰੀ ਨਾਲ ਹੋਰ ਜਿਹੜੀਆਂ ਜੁੜੀਆਂ ਹੋਈਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਦਰਸ਼ਨ ਹੋਣ। ਇਹ ਸਭ ਤੋਂ ਆਸਾਨ ਤਰੀਕਾ ਇਹ ਲੈ ਕੇ ਆਏ ਆ। ਤੇ ਗੁਰਿੰਦਰ ਜੀ ਅਸੀਂ ਤੁਹਾਡੇ ਵੱਲ ਵੀ ਆਉਂਦੇ ਕਿ ਜਿਹੜੀ ਹਿਸਟਰੀ ਹੈਗੀ ਆ, ਤੁਸੀਂ ਹਿਸਟਰੀ ਨੂੰ ਕਿਸ ਤਰ੍ਹਾਂ ਮਤਲਬ ਜੋੜਿਆ ਇਹਦੇ ਨਾਲ? ਜੀ, ਪਹਿਲਾਂ ਆਪਾਂ ਸਾਰੇ ਸੰਗਤ ਜਿਹੜੇ ਆਪਾਂ ਰਾਉਂਡ ਵਰਲਡ ਦੇਖਦੇ ਆ, ਸਿੱਖ ਚੈਨਲ ਦੇਖਦੇ ਆ, ਪਹਿਲਾਂ ਆਪਾਂ ਵਾਹਿਗੁਰੂ ਫਤਿਹ ਬੁਲਾਈਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਤਾਂ ਮੇਰਾ ਬੈਕਗ੍ਰਾਉਂਡ ਜਿਹੜਾ ਹੈਗਾ ਸਿੱਖ ਹਿਸਟਰੀ ਦੇ ਵਿੱਚ ਆ, ਤਾਂ ਕਾਫੀ ਜਿੱਦਾਂ ਖੋਜ ਕੀਤੀ ਹੋਈ ਆ, ਜਿੱਦਾਂ ਪੁਰਾਣੇ ਟੈਕਸਟਾਂ ਦੇ ਵਿੱਚ, ਪੁਰਾਣੇ ਸਕ੍ਰਿਪਚਰਾਂ ਦੇ ਵਿੱਚ, ਨਾਲੇ ਪੁਰਾਣੇ ਇਤਿਹਾਸ ਵਾਸਤੇ ਜੀ। ਉਦਾਂ ਤਾਂ ਮੈਂ ਜਿੱਦਾਂ ਲੈਕਚਰ ਸਾਰੇ ਰਾਉਂਡ ਵਰਲਡ ਕੀਤੇ ਹੋਏ ਆ, ਬਹੁਤ ਜਿੱਦਾਂ ਯੂਨੀਵਰਸਿਟੀਆਂ ਦੇ ਵਿੱਚ ਵੀ ਕੀਤੇ ਆ, ਕਿਤਾਬਾਂ ਵੀ ਮੈਂ ਲਿਖੀਆਂ ਆ। ਹਾਂਜੀ, ਮੇਰਾ ਸੋਚ ਸੀਗਾ ਆਪਾਂ ਹੋਰ ਕਿੱਦਾਂ ਆਪਾਂ ਸਾਡਾ ਇਤਿਹਾਸ ਆਪਾਂ ਅੱਗੇ ਕਰ ਸਕਦੇ ਆ। ਤਾਂ ਸਾਡਾ ਕਨਵਰਸੇਸ਼ਨ ਹੋਇਆ ਸੀਗਾ ਜਿੱਦਾਂ ਤਾਰਨ ਨਾਲ ਆਪਾਂ ਕਿੱਦਾਂ ਮਿਲ ਸਕਦੇ ਆ ਹਿਸਟਰੀ ਨਾਲ ਟੈਕਨੋਲੋਜੀ, ਆਪਾਂ ਕਿੱਦਾਂ ਆਪਾਂ ਜੁਆਇੰਟ ਜਿੱਦਾਂ ਆਪਰੇਸ਼ਨ ਕਰ ਸਕਦੇ ਆ। ਜਿੱਦਾਂ ਹੁਣ ਆਮ ਜਿਹੜੇ ਸਾਡੇ ਯੰਗਸਟਰ ਹੈਗੇ ਆ ਉਹ ਪੜ੍ਹਦੇ ਹੈਗੇ ਘੱਟ, ਠੀਕ ਆ। ਉੱਦਾਂ ਤਾਂ ਆਪਾਂ ਕਹਿੰਦੇ ਆ ਕਿਤਾਬਾਂ ਪੜ੍ਹੋ, ਹੋਰ ਵੀ ਜਿੱਦਾਂ ਪੰਜਾਬੀ ਪੜ੍ਹੋ, ਹੋਰ ਵੀ ਹੈਗਾ। ਉੱਦਾਂ ਤੁਹਾਨੂੰ ਪਤਾ ਹੈ ਹੁਣ ਮਾਡਰਨ ਜਿੱਦਾਂ ਹੁਣ ਲਿਵਿੰਗ ਜਿਹੜਾ ਹੈਗਾ ਆ, ਲੋਕਾਂ ਕੋਲ ਮੋਬਾਈਲ ਫੋਨਸ ਹੈਗੇ ਆ, ਆਈਪੈਡ ਜਿਹੜੇ ਹੈਗੇ ਆ, ਨਾਲ ਕੰਪਿਊਟਰ ਹੈਗੇ ਆ। ਤਾਂ ਸਾਡਾ ਜਿੱਦਾਂ ਫਰਜ਼ ਪੈਂਦਾ ਆ, ਜਿੱਦਾਂ ਆਪਾਂ ਹੁਣ ਕਿੱਦਾਂ ਈਜ਼ੀਅਰ ਬਣਾ ਸਕਦੇ ਆ, ਜਿੱਦਾਂ ਇਨਫੋਰਮੇਸ਼ਨ ਸਪਰੈਡ ਕਿੱਦਾਂ ਕਰ ਸਕਦੇ ਆ। ਤਾਂ ਜਿੱਦਾਂ ਮੈਂ ਤਾਂ ਜਿੱਦਾਂ ਹੁਣ ਵੀ ਆਹ ਦਿਨ ਤੱਕ ਮੈਂ ਖੋਜ ਕਾਫੀ ਕਰਦਾ ਹਿਸਟਰੀਆਂ ਦੇ ਵਿੱਚ, ਕਿਤਾਬਾਂ ਪੜ੍ਹ ਕੇ ਫਿਰ ਜਿੱਦਾਂ ਮੈਂ ਇਨਫੋਰਮੇਸ਼ਨ ਬਾਹਰ ਕੱਢਦਾ ਆ। ਉੱਦਾਂ ਜੇ ਹੁਣ ਕੋਈ ਮੈਥਡ ਜਿਹੜਾ ਹੈਗਾ ਆ, ਜਿਹੜਾ ਆਪਾਂ ਹਿਸਟਰੀ ਨਾਲੇ ਟੈਕਨੋਲੋਜੀ ਕੰਬਾਈਨ ਕਰ ਸਕਦੇ ਆ, ਤਾਂ ਮੇਰੇ ਖਿਆਲ ਤਾਂ ਹੀ ਆਪਾਂ ਤਰੱਕੀ ਹੋਰ ਵੀ ਕਰ ਸਕਦੇ ਹਾਂ। ਤੁਹਾਡਾ ਕਹਿਣੇ ਦਾ ਮਤਲਬ ਹੈ ਕਿ ਤੁਸੀਂ ਖੋਜਾਂ ਬਹੁਤ ਕੀਤੀਆਂ, ਕਿਤਾਬਾਂ ਵੀ ਲਿਖਿਆ, ਕਿਤਾਬਾਂ ਦਾ ਉਹ ਤਾਂ ਹੀ ਉਹਨਾਂ ਨੂੰ ਪਤਾ ਲੱਗੂਗਾ ਜੇ ਕਿਤਾਬਾਂ ਪੜ੍ਹੋਗੇ। ਮੇਰਾ ਮਤਲਬ ਜੇ ਖੋਜਾਂ ਕਰ ਕਰਕੇ ਅਸੀਂ ਜੇ ਜਿੱਦਾਂ ਤਰੀਕਾ ਕਿੱਦਾਂ ਆ ਈਜ਼ੀ, ਕਿੱਦਾਂ ਵੀ ਕਿੱਦਾਂ ਜਲਦੀ ਅਸੀਂ ਜਿਹੜੀ ਯੂਥ ਆ ਉਹਨੂੰ ਆਪਣੇ ਨਾਲ ਜੋੜੀਏ। ਹਾਂਜੀ ਹਾਂਜੀ, ਤਾਂ ਇਹ ਇੰਪੋਰਟੈਂਟ ਗੱਲ ਹੈਗੀ ਆ। ਜਿੱਦਾਂ ਆਪਾਂ ਦੂਜੇ ਪਾਸੇ ਵੀ ਦੇਖ ਸਕਦੇ ਹਾਂ, ਜੇ ਜਦੋਂ ਇੱਕ ਵਾਰੀ ਬੱਚੇ ਵੀ ਦੇਖ ਸਕਦੇ ਆਬਜੈਕਟਸ, ਨਾਲ ਕੋਈ ਜਿੱਦਾਂ ਸ਼ਸਤਰ ਦੇਖ ਸਕਦੇ ਆ, ਹੋਰ ਵੀ ਜਿੱਦਾਂ ਨਿਸ਼ਾਨ ਵੀ ਦੇਖ ਸਕਦੇ ਆ, ਉਹਦਾ ਇੰਟਰਸਟ ਪਹਿਲਾਂ ਫਿਰ ਵੱਧ ਜਾਊਗਾ, ਪਹਿਲਾਂ ਤੋਂ ਹੀ ਜਿੱਦਾਂ ਸ਼ੁਰੂ ਹੋ ਜਾਊਗਾ। ਹਾਂਜੀ, ਇਹ ਆ ਕਿ ਕੋਈ ਇਹ ਨਵੀਂ ਚੀਜ਼ ਆ, ਇਹਦੇ ਨਾਲ ਜ਼ਿਆਦਾ ਜੁੜੂਗੇ। ਕਿਉਂਕਿ ਨਹੀਂ ਤਾਂ ਜੇ ਇਤਿਹਾਸ ਦੇ ਲਈ ਉਹਨਾਂ ਨੇ ਥੋੜਾ ਬਹੁਤਾ ਦੇਖ ਕੇ ਚਲੋ ਪੜ੍ਹ ਲਿਆ ਜਾਂ ਕੋਈ ਪਿਕਚਰਾਂ ਉਦਾਂ ਹੀ ਦੇਖ ਲਈਆਂ। ਤੁਹਾਡਾ ਕਹਿਣੇ ਦਾ ਮਤਲਬ ਇਹ ਹੈਗਾ ਕਿ ਤੁਸੀਂ ਹੋਰ ਕੁਛ? ਹਾਂਜੀ, ਇਹਦੇ ਵਾਸਤੇ ਹੋਰ ਆਪਾਂ ਕਹਿ ਸਕਦੇ ਹਾਂ, ਜਿੱਦਾਂ ਆਪਾਂ ਕਾਫੀ ਜਿੱਦਾਂ ਅਜੀਬਗੜ੍ਹ ਗਏ ਆ ਇੱਥੇ ਯੂਕੇ ਦੇ ਵਿੱਚ, ਤਾਂ ਜਿੱਦਾਂ ਟਾਰਨ ਕਹਿੰਦਾ ਸੀ ਕਿ ਡਿਫਿਕਲਟੀ ਹੁੰਦੀ ਆ ਜਿੱਦਾਂ ਆਪਾਂ ਕਿੱਥੇ ਚੀਜ਼ਾਂ ਆਪਾਂ ਲੱਭਣੀਆਂ ਆ, ਉੱਦਾਂ ਇਹ ਖੋਜ ਕਰਕੇ ਪਹਿਲਾਂ ਜਿੱਦਾਂ ਅਜੀਬਗੜ੍ਹ ਨਾਲ ਆਪਾਂ ਗੱਲਾਂ ਕੀਤੀਆਂ ਹੋਈਆਂ ਯੂਕੇ ਦੇ ਵਿੱਚ। ਆਪਾਂ ਬੜੇ ਬੜੇ ਮਿਊਜ਼ੀਅਮ ਜਿਹੜੇ ਹੈਗੇ ਇੱਥੇ, ਜਿੱਦਾਂ ਰੋਇਲ ਆਰਮਰੀਜ਼, ਵਿਕਟੋਰੀਅਨ ਐਲਬਰਟ ਮਿਊਜ਼ੀਅਮ, ਸਾਰੇ ਬੜੇ ਬੜੇ ਮਿਊਜ਼ੀਅਮ ਜਿਹੜੇ ਹੈਗੇ ਉਹਨਾਂ ਨਾਲ ਆਪਾਂ ਗੱਲਾਂ ਕੀਤੀਆਂ ਹੋਈਆਂ, ਤਾਂ ਫਿਰ ਆਪਾਂ ਆਬਜੈਕਟ 3D ਦੇ ਵਿੱਚ ਬਣਾ ਸਕਦੇ ਹਾਂ। ਉਹ ਦਾ ਸੇਮ ਟਾਈਮ ਦੇ ਵਿੱਚ
ਜਿਹੜੇ ਜਿੱਦਾਂ ਪ੍ਰਾਈਵੇਟ ਕਲੈਕਟਰ ਵੀ ਹੈਗੇ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਪਈਆਂ ਹੋਈਆਂ, ਉਹਨਾਂ ਨਾਲ ਵੀ ਹੁਣ ਸਾਡਾ ਹੁਣ ਸੰਬੰਧ ਹੋ ਗਿਆ। ਉਹਨਾਂ ਨੂੰ ਵੀ ਆਪਾਂ ਕਹਿੰਦੇ ਆ ਜੇ ਤੁਹਾਡੇ ਕੋਲ ਕੋਈ ਚੀਜ਼ਾਂ ਇਦਾਂ ਦੀਆਂ ਹੈਗੀਆਂ ਆ ਜੀ ਸਾਨੂੰ ਦੱਸੋ, ਫਿਰ ਆਪਾਂ ਵੀ 3D ਦੇ ਵਿੱਚ ਜਿਹਾ ਬਣਾ ਸਕਦੇ ਆ। ਤੇ ਤੁਹਾਡੇ ਉਦਾਂ ਤਾਂ ਮੈਂ ਸਮਝਦਾ ਹੀ ਗੱਲ, ਜਿਹੜੇ ਬੰਦੇ ਜਿੱਦਾਂ ਪ੍ਰਾਈਵੇਟ ਕਲੈਕਟਰ ਹੁੰਦੇ ਉਹ ਜ਼ਿਆਦਾ ਵੀ ਨਹੀਂ ਚਾਹੁੰਦੇ ਹੁੰਦੇ ਲੋਕਾਂ ਨੂੰ ਦੱਸਣਾ। ਉਦਾਂ ਆਪਾਂ ਕਹਿੰਦੇ ਆ ਸਾਨੂੰ ਤਾਂ ਦਿਖਾ ਦਿਓ, ਫਿਰ ਆਪਾਂ 3D ਦੇ ਵਿੱਚ ਬਣਾ ਸਕਦੇ ਆ, ਫਿਰ ਆਪਾਂ ਵੀ ਪੇਸ਼ ਕਰ ਸਕਦੇ ਆ। ਮਤਲਬ ਜਿਹੜੀਆਂ ਨਹੀਂ ਹੈਗੀਆਂ, ਜਿਹੜੇ ਉਹਨਾਂ ਤੋਂ ਹੋ ਸਕਦਾ ਅਲੱਗ ਕੋਈ ਜਿਹੜੀਆਂ ਬਸਤਰ ਹੈਗੇ ਆ, ਕੋਈ ਚੀਜ਼ਾਂ ਹੈਗੀਆਂ ਉਹ ਹੋਰ ਹਿਸਟਰੀ ਦੇ ਨਾਲ ਜੁੜੀਆਂ ਆ, ਉਹ ਅਸੀਂ ਹੋਰ ਲੈ ਕੇ ਆਈਏ। ਇਹ ਬਹੁਤ ਵਧੀਆ। ਵੈਸੇ ਇਹ ਕਹਿਣ ਨੂੰ ਹੁੰਦਾ ਕਿ ਹਾਂ ਤੁਸੀਂ ਇਹ ਕਰ ਰਹੇ ਆ, ਇਹ ਇੰਨਾ ਸੌਖਾ ਨਹੀਂ ਹੈਗਾ ਕਿਉਂਕਿ ਥਾਂ ਥਾਂ ਜਾਣਾ, ਹਿਸਟਰੀ ਕੱਢਣੀ, ਖੋਜ ਕਰਨੀ, ਤੇ ਇਹ ਵਧੀਆ ਕੰਮ। ਹਾਂਜੀ ਕਰਤਾਰ ਸਿੰਘ ਜੀ, ਤੁਸੀਂ ਕਮਿਊਨਿਟੀ ਦੇ ਨਾਲ ਮਤਲਬ ਤੁਹਾਡਾ ਸੰਬੰਧ ਹੈਗਾ ਆ, ਤੇ ਤੁਸੀਂ ਹੋਰ ਕੀ ਮਤਲਬ ਕਰਦੇ ਤਾਂ ਕਿਸ ਤਰ੍ਹਾਂ ਕਮਿਊਨਿਟੀ ਦੇ ਨਾਲ ਜੁੜੇ ਹੋ ਤੁਸੀਂ? ਸੋ ਇਹ ਜਿਹੜਾ ਪ੍ਰੋਜੈਕਟ ਸੀਗਾ, ਹੁਣ ਮੇਰੇ ਵੀਰਾਂ ਨੇ ਦੱਸਿਆ ਕਿ ਅਸੀਂ ਆਪ ਦੇਖੇ ਕਿ ਅੱਜ ਟੈਕਨੋਲੋਜੀ ਦਾ ਯੁੱਗ ਹੈ ਜੀ। ਹਰ ਬੱਚੇ ਨੂੰ ਫੋਨ ਦੇ ਦਿਓ, ਉਹਨੂੰ ਆਪੇ ਪਤਾ ਲੱਗਦਾ ਕਿ ਫੋਨ ਖੋਲਣਾ ਕਿੱਦਾਂ, ਐਪ ਕਿੱਦਾਂ ਚਲਾਉਣੇ ਆ, ਉਹਦਾ ਨੈਚੁਰਲੀ ਉਹਦੇ ਵਿੱਚ ਚਾਹ ਹੈਗਾ ਜੀ। ਨਿਆਂ ਨੂੰ ਕਿਤਾਬ ਫੜਾਓ, ਕਈ ਵਾਰੀ ਪੜ੍ਹ ਲੂਗਾ, ਕਈ ਵਾਰੀ ਤਸਵੀਰਾਂ ਦੇਖ ਲੂਗਾ। ਅਸੀਂ ਚਾਹੁੰਦੇ ਹਾਂ ਕਿ ਜੇ ਆਪਣੇ ਬੱਚਿਆਂ ਦੇ ਵਿੱਚ ਇਤਿਹਾਸ ਬਾਰੇ ਉਤਸ਼ਾਹ ਪੈਦਾ ਹੋ ਜਾਵੇ ਜੀ, ਉਹਨੇ ਆਪ ਖੋਜ ਕਰਨਾ ਆਪਣਾ ਜੀ। ਕਿ ਹੁਣ ਸਾਡੇ ਸਿਆਣੇ ਕਹਿੰਦੇ ਆ ਕਿ ਜੇ ਤੁਸੀਂ ਕਿਸੇ ਕੌਮ ਨੂੰ ਤੋੜਨਾ ਚਾਹੁੰਦੇ ਆ, ਤੁਸੀਂ ਉਹਨਾਂ ਦੇ ਆਪਣੇ ਇਤਿਹਾਸ ਨਾਲ ਵੱਖ ਕਰ ਦਿਓ। ਅਸੀਂ ਹੁਣ ਇੰਗਲੈਂਡ ਵਿੱਚ ਰਹਿੰਦੇ ਹੋਏ, ਅਸੀਂ ਇੰਗਲੈਂਡ ਦੇ ਸਿਸਟਮਾਂ ਵਿੱਚ, ਐਜੂਕੇਸ਼ਨ ਸਿਸਟਮ ਵਿੱਚ ਰਹਿੰਦੇ ਆ, ਅਸੀਂ ਪੜ੍ਹ ਲਿਖਦੇ ਆ। ਅਸੀਂ ਚਾਹੁੰਦੇ ਹਾਂ ਕਿ ਸਾਡੇ ਅਗਲੇ ਪੀੜ੍ਹੀਆਂ ਵਿੱਚ ਆਪਣਾ ਇਤਿਹਾਸ ਨਾ ਗਵਾਇਆ ਜਾਵੇ। ਇਸ ਦੇ ਸੰਬੰਧ ਵਿੱਚ ਇਹ ਜਿਹੜੀ ਟੈਕਨੋਲੋਜੀ ਆ, ਇਹ ਨਿਆਣੇ ਦੇ ਬੱਚਿਆਂ ਦੇ ਹੱਥ ਵਿੱਚ ਆ ਜੂਗੀ, ਹੱਥ ਵਿੱਚ ਆ ਜੂਗੀ। ਜੇ ਹੁਣ ਅਸੀਂ ਅਫਸੋਸ ਦੀ ਗੱਲ ਹੈ ਕਿ ਮੈਂ ਦੇਖਦਾ ਕਿ ਜੇ ਅਸੀਂ ਮਿਊਜ਼ੀਅਮਾਂ ਜਾਓ, ਲਾਇਬ੍ਰੇਰੀਜ਼ ਜਾਓ, ਆਰਕਾਈਵਸ ਨੂੰ ਜਾਓ, ਸਾਡੀ ਆਮ ਸੰਗਤ ਉੱਥੇ ਜਾਂਦੀ ਨਹੀਂ, ਉਹ ਖੋਜ ਨਹੀਂ ਕਰਦੀ। ਤਾਂ ਅਸੀਂ ਚਾਹੁੰਦੇ ਹਾਂ ਕਿ ਜੇ ਸਾਡੀ ਕਮਿਊਨਿਟੀ ਇੰਨੀ ਖੋਜ ਨਹੀਂ ਕਰਦੀ ਤਾਂ ਅਸੀਂ ਆਪਣੀ ਖੋਜ ਉਹਨਾਂ ਦੇ ਸਾਹਮਣੇ ਲਿਆਈਏ ਤਾਂ ਫਿਰ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ। ਕਰਕੇ ਜੇ ਅਸੀਂ ਆਪਣਾ ਇਤਿਹਾਸ ਦੇਖੀਏ, ਸਾਡਾ ਇਤਿਹਾਸ ਵਿੱਚ ਕਈ ਵੱਡੀਆਂ ਸਾਡੀ ਕੌਮ ਬੜੀ ਤਕੜੀ ਕੌਮ ਸੀਗੀ। ਜੇ ਅਸੀਂ ਪੰਜਾਬ ਦਾ ਰਾਜ ਦੇਖੀਏ, ਦੁਨੀਆ ਭਰ ਦੇ ਵਿੱਚ ਇੱਕ ਬਹੁਤ ਵੱਡੀ ਕੌਮ ਸੀਗੀ, ਬਹੁਤ ਵੱਡੀ ਤਾਕਤ ਸੀਗੀ, ਜੋ ਅੰਗਰੇਜ਼ ਵੀ ਦੇਖਦਾ ਸੀ ਉਸ ਸਮੇਂ ਕਿ ਇਹਨਾਂ ਨਾਲ ਟਾਕਰਾ ਲੈ ਕੇ ਸਾਨੂੰ ਪਤਾ ਨਹੀਂ ਕਿ ਸ਼ਾਇਦ ਅਸੀਂ ਹਾਰੀਏ ਕਿ ਜਿੱਤੀਏ। ਇਹ ਐਸੀ ਜਿਹੀ ਜੰਗ ਸੀਗੀ ਕਿ ਇਤਿਹਾਸ ਵਿੱਚ ਲਿਖਿਆ ਕਿ ਦੋਨੇ ਪਾਸੇ ਚਾਹੁੰਦੇ ਸੀ ਤੇ ਨਹੀਂ ਚਾਹੁੰਦੇ ਸੀਗੇ। ਮਤਲਬ ਕਿ ਜਦੋਂ ਦੋ ਪਹਿਲਵਾਨਾਂ ਦਾ ਮੁਕਾਬਲਾ ਹੁੰਦਾ, ਪਤਾ ਨਹੀਂ ਹੁੰਦਾ ਕਿ ਕਿਸ ਨੇ ਉੱਪਰ, ਕਿਸ ਨੇ ਜਿੱਤ ਪਾਉਣੀ ਆ। ਅਸੀਂ ਇਹਦੇ ਨਾਲ ਅਸੀਂ ਚਾਹੁੰਦੇ ਕਿ ਜਿਹੜੇ ਕਮਿਊਨਿਟੀ ਦੇ ਵਿੱਚ ਆ, ਕਿ ਹਰ ਸਕੂਲਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਅਸੀਂ ਇਹ ਇਤਿਹਾਸ ਲੋਕਾਂ ਦੇ ਸਾਹਮਣੇ ਕਰੀਏ ਕਿ ਸਾਨੂੰ ਆਪਣੇ ਰਾਜ ਤੇ ਰਾਜਨੀਤੀ ਦਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੰਨਾ ਤਕੜਾ ਸੀਗਾ, ਉਹਦੇ ਵਿੱਚ ਕਿਹੜੀਆਂ ਹਸਤੀਆਂ ਸੀਗੀਆਂ, ਕਿਹੜੇ ਆਬਜੈਕਟ ਸੀਗੇ। ਅਤੇ ਕਈ ਜਿਹੜੇ ਹੁਣ ਇਤਿਹਾਸ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਟੁੱਟਿਆ, ਸਿੱਖ ਰਾਜ ਟੁੱਟਿਆ, ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਤੋਸ਼ਖਾਨਾ ਸੀਗਾ, ਉਹਦੇ ਵਿੱਚ ਕਈ ਜਿਵੇਂ ਕਿ ਪ੍ਰਾਈਸਲੈਸ ਚੀਜ਼ਾਂ ਸੀਗੀਆਂ ਜੋ ਸਾਨੂੰ ਨਹੀਂ ਪਤਾ ਇਹ ਹੁਣ ਕਿੱਥੇ ਚਲੇ ਗਈਆਂ। ਅਸੀਂ ਚਾਹੁੰਦੇ ਹਾਂ ਕਿ ਅਸੀਂ ਦੁਨੀਆ ਦੇ ਵਿੱਚ ਖੋਜ ਕਰਕੇ ਅਸੀਂ ਜਿਹੜੇ ਪ੍ਰਾਈਵੇਟ ਕਲੈਕਸ਼ਨਸ ਆ, ਜਿਹੜੇ ਮਿਊਜ਼ੀਅਮਸ ਆ, ਇਹਨਾਂ ਨਾਲ ਰਿਲੇਸ਼ਨਸ਼ਿਪ ਬਣਾ ਕੇ ਅਸੀਂ ਪਤਾ ਕਰੀਏ ਕਿ ਸਾਡੀ ਇਤਿਹਾਸਿਕ ਚੀਜ਼ਾਂ ਕਿੱਥੇ ਆ ਤੇ ਅਸੀਂ ਲੋਕਾਂ ਦੇ ਸਾਹਮਣੇ ਕਰੀਏ। ਇਹਦੇ ਨਾਲ ਦੇ ਸੰਬੰਧ ਵਿੱਚ ਅਸੀਂ ਹੁਣ ਯੂਨੀਵਰਸਿਟੀਆਂ ਵਿੱਚ ਵੀ ਲੈਕਚਰਾਂ ਕਰਦੇ ਹਾਂ, ਸਕੂਲਾਂ ਵਿੱਚ ਹੁਣ ਸਾਡੇ ਲੈਸਟਰ ਵਿੱਚ ਫਾਲਕਨਸ ਪ੍ਰਾਇਮਰੀ ਸਕੂਲ, ਉਹਨਾਂ ਦੇ ਵਿੱਚ ਵੀ ਅਸੀਂ ਸੈਸ਼ਨਸ ਕੀਤੇ ਆ। ਅਤੇ ਨੌਜਵਾਨਾਂ ਨੂੰ ਅਸੀਂ ਜਦੋਂ ਅਸੀਂ ਸਮਝਾਉਂਦੇ ਹਾਂ, ਇਹ ਮੈਂ ਆਪ ਮੈਨੂੰ ਖੁਸ਼ੀ ਹੁੰਦੀ ਆ ਕਿ ਨਿਆਣੇ ਉਹ ਬੜੇ ਚਾਅ ਨਾਲ ਉਹ ਇਸ ਚੀਜ਼ ਨਾਲ ਇੰਟਰੈਕਟ ਕਰਦੇ ਆ। ਉਹ ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਤੁਸੀਂ ਅੱਜ ਕੀ ਸਿੱਖਿਆ, ਉਹਨੇ ਕਈ ਚੀਜ਼ਾਂ ਆਪਣੇ ਮਨ ਵਿੱਚ ਭਰ ਲੈਣੀਆਂ ਕਿ ਹਾਂ ਮੈਨੂੰ ਇਸ ਚੀਜ਼ ਦਾ ਹੁਣ ਜਾਣਕਾਰੀ ਹੋਗੀ, ਨਾਲੇ ਉਹਨੇ ਜਾ ਕੇ ਆਪਣੇ ਮਾਪਿਆਂ ਨੂੰ ਦੱਸਣਾ। ਇਹਦੇ ਨਾਲ ਸਾਡੀ ਕਮਿਊਨਿਟੀ ਦੀ ਜਿਹੜੀ ਐਜੂਕੇਸ਼ਨ ਦੀ ਅੰਡਰਸਟੈਂਡਿੰਗ ਉਹ ਵੱਧਦੀ ਆ। ਇਸ ਕਰਕੇ ਜਿਹੜਾ ਕਮਿਊਨਿਟੀ ਦਾ ਸੰਬੰਧ ਹੈ ਇਹ ਸਭ ਤੋਂ ਇੰਪੋਰਟੈਂਟ ਹੈ ਮੇਰੇ ਮਤਲਬ ਕਿ ਜੇ ਅਸੀਂ ਸਾਡੇ ਆਪਣੀ ਕਮਿਊਨਿਟੀ ਨੂੰ ਐਜੂਕੇਟ ਕਰੀਏ ਤਾਂ ਸਾਡੀ ਕਮਿਊਨਿਟੀ ਦੀ ਤਰੱਕੀ ਹੋਵੇਗੀ। ਤੇ ਮੈਂ ਇਹ ਵੀ ਚਾਹੁੰਦਾ ਕਿ ਜਿਹੜੇ ਨੌਜਵਾਨ ਹੁਣ ਬੱਚੇ ਹੋ ਕੇ ਇਸ ਚੀਜ਼ ਨੂੰ ਦੇਖਦੇ ਆ ਕਿ ਉਹ ਵੱਡੇ ਹੋ ਕੇ ਆਪ ਕਹਿਣ ਕਿ ਅਸੀਂ ਵੀ ਖੋਜ ਕਰੀਏ, ਅਸੀਂ ਇਤਿਹਾਸ ਬਾਰੇ ਲੋਕਾਂ ਨੂੰ ਦੱਸੀਏ, ਅਸੀਂ ਜਾਣਕਾਰੀ ਲਈਏ। ਤੇ ਇਹ ਵੱਧਦਾ ਸਾਡੀ ਕਮਿਊਨਿਟੀ ਨੇ ਆਪ ਹੀ ਆਪਣੇ ਇਤਿਹਾਸ ਨਾਲ ਜੁੜਨਾ। ਕਰਤਾਰ ਸਿੰਘ ਜੀ, ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਜਦੋਂ ਜਿਹੜੇ ਬੱਚੇ ਹੁੰਦੇ ਆ ਨਾ, ਜਦੋਂ ਤੁਸੀਂ ਸਕੂਲਾਂ ਦੇ ਵਿੱਚ ਜਾਂਦੇ ਆ, ਬੱਚਿਆਂ ਨੂੰ ਜਦੋਂ ਸਿਖਾਉਂਦੇ ਤਾਂ ਮਾਪੇ ਨੂੰ ਦੱਸਦੇ ਕਿ ਅਸੀਂ ਅੱਜ ਨਵੀਂ ਚੀਜ਼ ਸਿੱਖੀ ਅਤੇ ਸਪੈਸ਼ਲੀ ਕਿ ਆਪਣੀ ਸਿੱਖੀ ਦੇ ਬਾਰੇ, ਆਪਣੇ ਇਤਿਹਾਸ ਦੇ ਬਾਰੇ। ਕਿਉਂਕਿ ਕੋਈ ਵੀ ਚੀਜ਼ ਹੈ ਜਦੋਂ ਬੱਚੇ ਨੂੰ ਛੋਟੇ ਹੁੰਦੇ ਨੂੰ ਸਿਖਾਈ ਜਾਵੇ, ਉਹਦੇ ਮਨ ਦੇ ਵਿੱਚ ਹੋ ਜਾਂਦੀ ਤਾਂ ਫਿਰ ਉਹਦੇ ਨਾਲ ਇੱਕ ਗਰੋ ਹੁੰਦਾ। ਕਿਉਂਕਿ ਜਦੋਂ ਟੀਚਰ ਵੀ ਉੱਥੇ ਸਿਖਾਉਂਦੇ ਆ ਤੇ ਬੱਚਾ ਸਿੱਖਦਾ ਆ। ਇਹ ਕਿੰਨੇ ਕੁ ਮਤਲਬ ਉੱਥੇ ਤੁਹਾਨੂੰ ਬੱਚਿਆਂ ਤੋਂ ਜਾਂ ਟੀਚਰ ਜਿਹੜੇ ਹੁੰਦੇ ਆ ਮਤਲਬ ਉਤਸ਼ਾਹ ਮਿਲਦਾ ਆ
ਜਿੱਦਾਂ ਕਹਿ ਦਿੰਦੇ ਸਪੋਰਟ ਮਿਲਦੀ ਆ, ਕਿੰਨਾ ਹੋ ਰਿਹਾ ਆ ਜਿੱਥੇ ਜਿੱਥੇ ਤੁਸੀਂ ਜਾਂਦੇ ਆ ਲੋਕੀ ਤੁਹਾਡੇ ਨਾਲ ਜੁੜਦੇ ਆ? ਮੈਂ ਕਹਿੰਦਾ ਜਿੱਥੇ ਵੀ ਅਸੀਂ ਗਏ ਆ ਜੀ, ਹਰ ਕਿਸ ਨੇ ਬੜੇ ਚਾਅ ਨਾਲ ਸਾਨੂੰ ਬੜੇ ਹੌਸਲਾ ਦਿੱਤਾ ਜੀ। ਕਹਿੰਦੇ ਸੀ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਬਹੁਤ ਵਧੀਆ ਹੈ, ਇਹ ਸਾਨੂੰ ਲੋੜ ਹੈ, ਅਸੀਂ ਚਾਹੁੰਦੇ ਤੁਸੀਂ ਹੋਰ ਵੱਧ ਕੇ ਕਰੋ, ਹੋਰ ਸਾਡੇ ਨਾਲ ਤੁਸੀਂ ਸ਼ੇਅਰ ਕਰੋ। ਸਕੂਲ ਦੇ ਬੱਚੇ ਸਾਰੇ ਕਹਿੰਦੇ ਕਿ ਤੁਸੀਂ ਜ਼ਰੂਰ ਫਿਰ ਆਓ ਸਾਡੇ ਨਾਲ, ਫਿਰ ਹੋਰ ਲੈਸਨਸ ਕਰੋ, ਅਸੀਂ ਹੋਰ ਸਿੱਖਣਾ ਚਾਹੁੰਦੇ ਆ। ਜਦੋਂ ਵੀ ਅਸੀਂ ਕਿਤੇ ਸ਼ੋਕੇਸ ਜਿਵੇਂ ਕਿ ਇਵੈਂਟ ਹੁੰਦਾ, ਕੋਈ ਕਾਨਫਰੰਸ ਹੁੰਦੀ ਆ, ਕੋਈ ਪ੍ਰੋਗਰਾਮ ਹੁੰਦਾ, ਅਸੀਂ ਉੱਥੇ ਇਹ ਟੈਕਨੋਲੋਜੀ ਲਿਆਉਂਦੇ ਆ। ਹਰ ਬੰਦਾ ਤਕਰੀਬਨ ਲਿਖਦਾ ਕਿ ਇਹ ਬਹੁਤ ਵਧੀਆ ਚੀਜ਼ ਆ, ਅਸੀਂ ਇਹਨੂੰ ਵਧਾਈਏ, ਅਸੀਂ ਲੋਕਾਂ ਦੇ ਵਿੱਚ ਇਹ ਫੈਲਾਈਏ। ਹੁਣ ਇਹਦੇ ਵਿੱਚ ਇਹ ਚੀਜ਼ ਹੈਗੀ ਆ ਐਕਸੈਸਿਬਿਲਿਟੀ, ਕਿ ਜਦੋਂ ਅਸੀਂ ਹੁਣ ਇਤਿਹਾਸਿਕ ਚੀਜ਼ ਕੋਈ ਦੇਖਣੀ ਆ ਸਾਨੂੰ ਕਿਤੇ ਮਿਊਜ਼ੀਅਮ ਤੇ ਜਾਣਾ ਪੈਂਦਾ, ਕਈ ਵਾਰੀ 2-3 ਘੰਟੇ ਗੱਡੀ ਵਿੱਚ ਸਫ਼ਰ ਕਰਕੇ ਸਾਨੂੰ ਉਸ ਜਗ੍ਹਾ ਤੇ ਜਾਣਾ ਪੈਂਦਾ, ਤੇ ਫਿਰ ਟਾਈਮ ਵੀ ਲੱਗਦਾ। ਹਰ ਕਿਸੇ ਕੋਲ ਉਹ ਮੌਕਾ ਨਹੀਂ। ਅਸੀਂ ਚਾਹੁੰਦੇ ਕਿ ਹਰ ਬੰਦੇ ਦੀ ਜੇਬ ਵਿੱਚ ਮੋਬਾਈਲ ਹੈਗਾ, ਹਾਂਜੀ, ਕਿ ਉਹ ਮੋਬਾਈਲ ਕੱਢ ਕੇ ਸਿੱਧੇ ਇਤਿਹਾਸ ਨਾਲ ਉੱਥੇ ਕਨੈਕਟ ਹੋ ਜਾਵੇ, ਕਿ ਅਸੀਂ ਇਤਿਹਾਸ ਤੁਹਾਡੇ ਘਰ ਵਿੱਚ ਪਹੁੰਚਾ ਦਿੱਤਾ, ਤੁਹਾਡੇ ਜੇਬ ਵਿੱਚ ਪਹੁੰਚਾ ਦਿੱਤਾ, ਇੰਨਾ ਸੌਖਾ ਬਣਾ ਦਿੱਤਾ। ਹਾਂਜੀ, ਕਰਤਾਰ ਸਿੰਘ ਜੀ ਨੇ ਬਹੁਤ ਵਧੀਆ ਗੱਲ ਕੀਤੀ ਆ ਕਿ ਇਹੀ ਇਹਨਾਂ ਦਾ ਟੀਚਾ ਹੈਗਾ ਕਿ ਜਿਹੜਾ ਇਤਿਹਾਸ ਸਾਡਾ ਸਾਡੇ ਤੋਂ ਵਿਖਰਦਾ ਜਾਂਦਾ, ਸਾਡੇ ਬੱਚੇ ਉਹ ਤੋਂ ਦੂਰ ਹੁੰਦੇ ਜਾਂਦੇ ਆ, ਕਿਉਂਕਿ ਇਹ ਸਾਡੇ ਕੋਲ ਟਾਈਮ ਨਹੀਂ, ਨਾ ਪੇਰੈਂਟਸ ਕੋਲ ਟਾਈਮ ਹੈ, ਨਾ ਬੱਚਿਆਂ ਕੋਲ ਟਾਈਮ ਹੈ। ਉਹਨਾਂ ਦੇ ਆਪਣੇ ਹੁੰਦੇ ਆ, ਉਹਨਾਂ ਦੇ ਫਰੈਂਡਸ ਹੁੰਦੇ, ਬਾਹਰ ਜਾਣਾ, ਤੇ ਉਹਨਾਂ ਕੋਲ ਮਿਊਜ਼ੀਅਮ ਵਿੱਚ ਜਾ ਕੇ ਦੇਖਣ ਦਾ ਟਾਈਮ ਨਹੀਂ ਹੈਗਾ। ਇਹ ਜਿਹੜੀ ਅੱਜ ਦਾ ਜਿਹੜਾ ਮੈਨੂੰ ਲੱਗਦਾ ਜਿਹੜਾ ਅੱਜ ਦਾ ਪ੍ਰੋਗਰਾਮ ਆ, ਇਹਦੇ ਵਿੱਚ ਜਿੱਦਾਂ ਹੁਣ ਪਤਾ ਨਹੀਂ ਲੱਗਦਾ ਜੇ ਕਿ ਆਪਣੀ ਖੁਸ਼ੀ ਕਿੱਦਾਂ ਜ਼ਾਹਰ ਕਰੀਏ, ਕਿਉਂਕਿ ਇੰਨੀ ਵਧੀਆ ਜਿਹੜੀ ਟੈਕਨੋਲੋਜੀ ਇਹ ਲੈ ਕੇ ਆਏ ਆ ਤੁਹਾਡੇ ਲਈ, ਤੁਹਾਡੇ ਵਿਹੜੇ ਦੇ ਵਿੱਚ। ਜਿੱਦਾਂ ਕਿ ਸਿੱਖ ਚੈਨਲ ਨੇ 10 ਸਾਲ ਪਹਿਲਾਂ ਇੱਕ ਚੈਨਲ ਖੋਲ੍ਹਿਆ ਸੀ, ਸਿੱਖ ਚੈਨਲ, ਤੁਹਾਡੇ ਵਿਹੜੇ ਦੇ ਵਿੱਚ, ਤੇ ਹੁਣ ਤੱਕ ਚੱਲ ਰਿਹਾ ਆ। ਤੇ ਦੇਖੋ ਨਵੀਆਂ ਅਸੀਂ ਚੀਜ਼ਾਂ ਲੈ ਕੇ ਆ ਰਹੇ ਆ। ਤਾਂ ਇਸ ਤਰ੍ਹਾਂ ਹੀ ਸਾਡੇ ਜਿਹੜੇ ਅੱਜ ਗੈਸਟ ਆਏ ਆ, ਇਹਨਾਂ ਨੇ ਤੁਹਾਡੇ ਘਰ ਦੇ ਵਿੱਚ ਬੈਠ ਕੇ ਹੀ, ਤੁਸੀਂ ਕਿਤੇ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਆਪਣੇ ਕੰਪਿਊਟਰ ਤੇ ਜਾਓ, ਆਪਣੇ ਪੇਰੈਂਟਸ ਨੂੰ, ਆਪਣੇ ਫਰੈਂਡਸ ਨੂੰ, ਆਪਣੇ ਅਗਰ ਤੁਸੀਂ ਕਰ ਰਹੇ, ਅਗਰ ਤੁਹਾਡੇ ਬੱਚੇ ਹੈਗੇ ਉਹਨਾਂ ਨੂੰ ਜੋੜੋ। ਤੇ ਤਰਨ ਸਿੰਘ ਜੀ, ਤੁਸੀਂ ਟੈਕਨੋਲੋਜੀ ਦੇ ਵਿੱਚ ਮਤਲਬ ਇਹ ਸਾਰਾ ਕੁਝ ਕਰ ਰਹੇ ਆ, ਇਹ ਕਿੰਨੀ ਕੁ ਮੁਸ਼ਕਲ ਆ ਰਹੀ ਆ ਤੁਹਾਨੂੰ ਇਹ ਕੰਮ ਕਰਨ ਨੂੰ, ਜਾਂ ਤੁਹਾਨੂੰ ਲੱਗਦਾ ਕਿ ਬਹੁਤ ਸੌਖਾ ਹੈਗਾ ਆ, ਕਿ ਜਿੱਦਾਂ ਤੁਸੀਂ ਆਪਣੇ ਦਿਮਾਗ ਦੇ ਵਿੱਚ ਲੈ ਕੇ ਚੱਲੇ ਆ ਕਿ ਇੱਕ ਅਸੀਂ ਜੋ ਤੁਸੀਂ ਚਾਹੁੰਦੇ ਆ, ਜਿੱਦਾਂ ਕਿ ਕਰਤਾਰ ਸਿੰਘ ਜੀ ਨੇ ਵੀ ਦੱਸਿਆ ਕਿ ਅਸੀਂ ਚਾਹੁੰਦੇ ਕਿ ਘਰ ਘਰ ਦੇ ਵਿੱਚ ਇਹ ਜਾਵੇ, ਤੇ ਕਿੱਦਾਂ ਮਤਲਬ ਤੁਸੀਂ ਸ਼ੁਰੂ ਕੀਤਾ, ਕਿੱਦਾਂ ਆਇਆ ਤੁਹਾਡੇ ਦਿਮਾਗ 'ਚ? ਜਿੱਦਾਂ ਪਹਿਲੋਂ ਜਦੋਂ ਆਪਾਂ ਆਬਜੈਕਟ ਨੂੰ ਦੇਖਦੇ ਆ, ਅਸੀਂ ਉਹਨਾਂ ਦੀਆਂ ਫੋਟੋਆਂ ਚਾਹੀਦੀਆਂ ਜਾਂ ਸਾਨੂੰ ਦੇਖਣਾ ਪੈਂਦਾ। ਅਸੀਂ ਕਈ ਵਾਰੀ ਮਿਊਜ਼ੀਅਮ ਜਾ ਕੇ ਵੀ ਉੱਥੇ ਜਾ ਕੇ ਫੋਟੋਆਂ ਖਿੱਚਦੇ ਹੁੰਦੇ ਆ। ਉਹ ਫੋਟੋਆਂ ਫਿਰ ਤੋਂ ਅਸੀਂ ਫਿਰ 3D ਦੇ ਵਿੱਚ ਕੰਪਿਊਟਰ ਏਡਡ ਡਿਜ਼ਾਈਨ ਦੇ ਨਾਲ ਅਸੀਂ ਉਹਦਾ ਇੱਕ ਮਾਡਲ ਬਣਾਉਂਦੇ ਆ, ਫਿਰ ਅਸੀਂ ਫੋਟੋਆਂ ਦੇ ਨਾਲ ਉਹਦਾ ਟੈਕਸਚਰ ਬਣਾਉਂਦੇ ਹੈਗੇ ਨਾ ਉਹਦੇ ਉੱਤੇ ਲਾਉਣ ਵਾਸਤੇ। ਸੋ ਕਾਫੀ ਔਖਾ ਹੈਗਾ ਕੰਮ, ਸਾਨੂੰ ਕਾਫੀ ਟਾਈਮ ਲੱਗਦਾ ਹੈ ਈਚ ਆਬਜੈਕਟ ਬਣਾਉਣ ਵਾਸਤੇ। ਪਰ ਇੱਕ ਹੋਰ ਵੀ ਚੀਜ਼ ਆ, ਸਾਨੂੰ ਹੋਰ ਜਿੱਦਾਂ ਐਕਸਪਰਟ ਚਾਹੀਦੇ ਸਾਡੇ ਨਾਲ, ਜਿੱਦਾਂ ਨਾ ਅਸੀਂ ਹੁਣ ਨਾਲ ਆਪਣੇ ਪ੍ਰੋਜੈਕਟ ਨਾਲ ਅਸੀਂ ਟ੍ਰੇਨਿੰਗ ਵੀ ਦਿੱਤੀ ਆ ਨਾ, ਅਸੀਂ 2-3 ਟ੍ਰੇਨਿੰਗ ਸੈਸ਼ਨਸ ਆਪਾਂ ਕੀਤੇ ਸੀਗੇ। ਅਸੀਂ ਹੋਰ ਵੀ ਯੰਗਸਟਰਾਂ ਨੂੰ ਨਾਲ ਜੋੜੀਏ, ਉਹਨਾਂ ਨੂੰ ਸਿਖਾਈਏ ਇਹ ਟੈਕਨੋਲੋਜੀ, ਕਿਉਂਕਿ ਉਹਨਾਂ ਨੂੰ ਆਪਣੇ ਲਾਈਫ ਦੇ ਵਿੱਚ ਵੀ ਫਾਇਦਾ ਹੋ ਸਕਦਾ। ਕਿਉਂਕਿ ਗਾਂ ਜਾ ਕੇ ਜਿਹੜੀ ਹੈ ਸਪੈਸ਼ਲੀ ਇਹ ਵਰਚੁਅਲ ਰਿਐਲਿਟੀ ਜਿਹੜੀ ਸੀ ਤੁਹਾਨੂੰ ਦਿਖਾਉਣੀ ਹੈਗੀ ਆ, ਇਹ ਗਾਂ ਜਾ ਕੇ ਇਹ ਬਹੁਤ ਜ਼ਿਆਦਾ ਜਿੱਦਾਂ ਮਸ਼ਹੂਰ ਹੋ ਜਾਣੀ ਆ ਦੁਨੀਆ ਦੇ ਵਿੱਚ ਨਾ। ਹੁਣ ਹਾਲੇ ਕਾਫੀ ਜਿੱਦਾਂ ਨਵੀਂ ਟੈਕਨੋਲੋਜੀ ਹੈਗੀ ਆ, ਪਰ ਦੇਖੋ ਹੁਣ 5-6 ਸਾਲ ਦੇ ਵਿੱਚ ਐਵਰੀ ਕਲਾਸਰੂਮ ਦੇ ਵਿੱਚ ਹਰੇਕ ਕੰਮ ਦੇ ਵਿੱਚ ਇਹ ਵਰਚੁਅਲ ਰਿਐਲਿਟੀ ਹੋਣੇ ਆ, ਫਿਰ ਤੁਸੀਂ ਲਾ ਕੇ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ, ਜਿੱਥੇ ਮਰਜ਼ੀ ਜੀ ਦੇਖ ਸਕਦੇ ਆ, ਤੁਸੀਂ ਜਿਹੜਾ ਮਰਜ਼ੀ ਡਿਜ਼ਾਈਨ ਦੇਖ ਸਕਦੇ। ਸੋ ਇਹਦੇ ਕਈ ਜਿੱਦਾਂ ਫਾਇਦੇ ਹੈਗੇ ਆ, ਲਾਈਕ ਨੇ ਅਸੀਂ ਬਹੁਤ ਲੱਕੀ ਆ ਪਏ ਜਿੱਦਾਂ ਸਾਡਾ ਮੇਲ ਹੋਇਆ, ਕਿਉਂਕਿ ਅਸੀਂ ਬਹੁਤ ਛੇਤੀ, ਬਹੁਤ अर्ਲੀ ਹੈ ਨਾ, ਅਸੀਂ ਬਹੁਤ अर्ਲੀ ਜਿੱਦਾਂ ਐਡਵਾਂਸ ਕਰ ਲਿਆ ਹੁਣ ਜੀ। ਕਿਉਂਕਿ ਜਿਹੜੀ ਵੀ ਚੀਜ਼ ਜਦੋਂ ਪਹਿਲਾਂ ਸ਼ੁਰੂ ਕੀਤੇ ਉਹਦੇ ਫਾਲੋਅਰਸ ਵੈਸੇ ਜਲਦੀ ਹੁੰਦੇ ਆ, ਤਾਂ ਜਾਣਨਾ ਵੀ ਚਾਹੁੰਦੇ ਹੁੰਦੇ ਆ ਇਹ ਕੀ ਆ, ਕਿੱਦਾਂ ਕਿ ਸਪੈਸ਼ਲੀ ਜਿੱਦਾਂ ਕਿ ਜਿਹੜੀ ਹਿਸਟਰੀ ਦਾ ਤੁਸੀਂ ਕੀਤਾ ਆ, ਇਹ ਉਹਦੇ ਵਿੱਚ ਤਾਂ ਕਿਉਂਕਿ ਸਿੱਖੀ ਦੇ ਨਾਲ ਜਿਹੜੇ ਜੁੜੇ ਹੋਣੇ ਆ, ਤੇ ਨਾ ਜਿਹੜੇ ਉਹਨਾਂ ਨੇ ਤਾਂ ਬਹੁਤ ਜ਼ਿਆਦਾ ਇੰਟਰਸਟ ਲੈਣਾ ਆ। ਤੇ ਰਿਸਪੌਂਸ ਕਿਸ ਤਰ੍ਹਾਂ ਦਾ, ਮਤਲਬ ਜਿੱਦਾਂ ਤੁਹਾਨੂੰ ਹੋਰ ਜਿਹੜੇ ਤੁਸੀਂ ਕਿਹਾ ਕਿ ਅਸੀਂ ਟ੍ਰੇਨਿੰਗ ਦੇ ਰਹੇ ਆ, ਉਹ ਜਿਹੜੇ ਬੱਚੇ ਹੈਗੇ ਉਹ ਕਿੰਨਾ ਕੁ ਇੰਟਰਸਟ ਲੈ ਰਹੇ ਆ? ਇਹ ਕਾਫੀ ਇੰਟਰਸਟ ਹੈਗਾ, ਕਿਉਂਕਿ ਇਹ ਟੈਕਨੋਲੋਜੀ ਜਿੱਦਾਂ
ਕਾਫੀ ਡਿਫਰੈਂਟ ਸੈਕਟਰਸ ਦੇ ਵਿੱਚ ਯੂਜ਼ ਹੋ ਰਹੀ ਆ ਨਾ। ਸੋ ਗੱਡੀ ਦੇ ਡਿਜ਼ਾਈਨ ਦੇ ਵਿੱਚ, 에ਅਰਪਲੇਨ ਡਿਜ਼ਾਈਨ, ਆਰਕੀਟੈਕਚਰ ਦੇ ਵਿੱਚ ਵੀ, ਇੰਜੀਨੀਅਰਿੰਗ ਦੇ ਵਿੱਚ, ਸਾਰੇ ਜਿੱਦਾਂ ਡਿਫਰੈਂਟ ਮੈਡੀਕਲ ਦੇ ਵਿੱਚ ਵੀ, ਟ੍ਰੇਨਿੰਗ ਦੇ ਵਿੱਚ ਵੀ, ਸਾਰੇ ਪਾਸੇ ਯੂਜ਼ ਹੋ ਰਹੀ ਆ। ਪਰ ਪ੍ਰੋਬਲਮ ਐਟ ਦ ਮੋਮੈਂਟ ਹੈਗਾ ਜਿੱਦਾਂ ਦੇਰ ਇਜ਼ ਨਾਟ ਇਨਫ ਸਕਿਲਡ ਪੀਪਲ। ਜਸਟ ਸ਼ੋਰਟੇਜ ਆ ਐਟ ਦ ਮੋਮੈਂਟ। ਸੋ ਗਵਰਨਮੈਂਟ ਨੇ ਵੀ ਤਾਂ ਇੱਕ ਰਿਪੋਰਟ ਵੀ ਨਿਕਲੀ ਸੀਗੀ, ਉਹਦੇ ਵਿੱਚ ਜਿਹੜੇ ਜਿੱਦਾਂ ਇਹ ਕੰਮ ਕਰਦੇ 97% ਆਫ ਕੰਪਨੀਜ਼ ਕਹਿੰਦੇ ਸੀ ਪਏ ਸਾਡੇ ਕੋਲ ਇਨਫ ਯੰਗਸਟਰ ਹੈ ਨਹੀਂ ਜਿਹੜੇ ਸਕਿਲਡ ਵਰਕਰਸ ਹੈ ਨਹੀਂ ਗਏ ਲਾਈਕ ਨੇ। ਹਾਂਜੀ, ਕਿਉਂਕਿ ਸਕਿਲਡ ਵਰਕਰ ਤਾਂ ਹੀ ਹੋਗੇ ਜੇ ਆਲਰੇਡੀ ਕੋਈ ਸਕਿਲ ਹੋਊਗਾ। ਹੁਣ ਜਿੱਦਾਂ ਕਿ ਸਕਿਲ ਇੱਕ ਨੂੰ ਕਰੂੰਗਾ ਉਹ ਤੋਂ ਤੁਸੀਂ ਹੋਰ ਕੋਈ ਕਰੋਗੇ। ਜਿੱਦਾਂ ਤੁਸੀਂ ਆ ਹੁਣ ਤੁਸੀਂ ਸਕਿਲਡ ਹੈਗੇ ਆ, ਤੁਸੀਂ ਅੱਗੇ ਤੋਂ ਅੱਗੇ ਤੁਸੀਂ ਟੀਚ ਕਰ ਸਕਦੇ ਆ ਕਾਲਜਾਂ ਦੇ ਵਿੱਚ ਜਾ ਕੇ ਜਾਂ ਆਪਣੇ ਕਲਾਸਾਂ ਲਾ ਕੇ, ਜਿੱਦਾਂ ਹੁਣ ਤੁਸੀਂ ਟੀਵੀ ਤੇ ਆ ਕੇ ਟੀਚ ਕਰ ਸਕਦੇ ਆ। ਮਤਲਬ ਇਸ ਤਰ੍ਹਾਂ ਫਿਰ ਅੱਗੇ ਤੋਂ ਵੱਧਦੇ ਆ ਤੇ ਨਾਲ ਤੁਹਾਡੇ ਜੁੜਦੇ ਆ, ਯੂਥ ਜੁੜਦੇ ਆ ਜਾਂ ਜਿਹਨੂੰ ਇੰਟਰਸਟ ਹੈਗਾ ਉਹ ਜੁੜਦੇ ਆ। ਗੁਰਿੰਦਰ ਜੀ, ਹਾਂਜੀ, ਆਪਾਂ ਜਿੱਦਾਂ ਹੁਣ ਆਪਾਂ ਜਾ ਕੇ ਡੈਮੋਨਸਟ੍ਰੇਸ਼ਨ ਕੀਤੇ ਸਾਰੇ ਪਾਸੇ, ਹੁਣ ਜਿਹੜੇ ਬਾਹਰਲੇ ਵੀ ਲੋਕ ਆ ਜਿੱਦਾਂ ਹੁਣ ਮਿਊਜ਼ੀਅਮ ਵਾਲੇ ਜਾਂ ਕਾਲਜ ਵਾਲੇ, ਉਹ ਵੀ ਹੁਣ ਸਾਨੂੰ ਕਹਿੰਦੇ ਪਏ ਤੁਸੀਂ ਆ ਕੇ ਸਾਨੂੰ ਸਿਖਾਓ। ਸੋ ਸਾਨੂੰ ਕਾਫੀ ਇੰਟਰਸਟ ਬਾਹਰੋਂ ਵੀ ਆ ਰਹੀ ਆ ਪਏ ਤੁਸੀਂ ਇਹ ਚੀਜ਼ ਬਹੁਤ ਵਧੀਆ ਬਣਾਈ। ਸਾਨੂੰ ਵੀ ਜਿੱਦਾਂ ਕੁਝ ਜਿੱਦਾਂ ਇੰਟਰਸਟ ਆ, ਸਾਨੂੰ ਕੁਝ ਜਿੱਦਾਂ ਟੀਚਿੰਗ ਕਰਾਉਣਾ। ਜਿੱਦਾਂ ਇੱਕ ਕਿਸਮ ਦੀ ਤੁਸੀਂ ਇਹ ਕਾਰ ਕੱਢੀ ਆ ਪਹਿਲੀ, ਜਿੱਦਾਂ ਮਤਲਬ ਤੁਸੀਂ ਕੋਈ ਨਾ ਕੋਈ ਜਿਹੜੀ ਚੀਜ਼ ਸ਼ੁਰੂ ਜਦੋਂ ਅਸੀਂ ਕਰਦੇ ਕੋਈ ਨਾ ਕੋਈ ਉਹਦਾ ਸ਼ੁਰੂ ਕਰਨ ਦਾ ਮੋਢੀ ਕੋਈ ਨਾ ਕੋਈ ਹੁੰਦਾ ਹੈ। ਤੁਸੀਂ ਇਸ ਜੇ ਵਰਚੁਅਲ ਜਿਹੜੇ ਰਿਐਲਿਟੀ ਇਹਦੇ ਮੋਢੀ ਹੈਗੇ ਆ। ਗੁਰਿੰਦਰ ਜੀ, ਹਿਸਟਰੀ ਦੇ ਨਾਲ, ਹਿਸਟਰੀ ਦੇ ਅਸੀਂ ਚਾਹੁੰਦੇ ਆ ਕਿ ਸਾਡੀ ਜਿਹੜੀ ਹਿਸਟਰੀ ਆ ਸਾਡੇ ਬੱਚਿਆਂ ਨੂੰ, ਸਾਡੀ ਜਿਹੜੀ ਜਨਰੇਸ਼ਨ ਅੱਗੇ ਉਹਨੂੰ ਪਤਾ ਲੱਗੇ। ਜਿੱਦਾਂ ਕਿ ਕਰਤਾਰ ਸਿੰਘ ਜੀ ਨੇ ਕਿਹਾ ਸੀ ਕਿ ਜਦੋਂ ਕਿਸੇ ਨੂੰ ਦੀ ਹਿਸਟਰੀ ਜਾਂ ਕਿਸੇ ਦਾ ਜਿੱਦਾਂ ਧਰਮ ਕਹਿ ਲਓ ਜਾਂ ਸਿੱਖੀ ਆਪਾਂ ਕਹਿ ਲੈਂਦੇ ਆ ਵੀ, ਕਹਿੰਦੇ ਆ ਵੀ ਜਾਂ ਆਪਣੀ ਪੰਜਾਬੀ ਬੋਲੀ ਤੇ ਵੀ ਦੇਖੋ ਕਿੰਨਾ ਭਾਰ ਆ ਹੁਣ ਕਿ ਉਹਨੂੰ ਵੀ ਖਤਮ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਆ। ਤੇ ਤੁਸੀਂ ਹਿਸਟਰੀ ਦੇ ਨਾਲ ਜਿਹੜੀਆਂ ਹੋਰ ਜੁੜੀਆਂ ਚੀਜ਼ਾਂ ਕੀ ਸਾਡੀ ਸੰਗਤ ਦੇ ਨਾਲ ਸਾਂਝੀਆਂ ਕਰਨੀਆਂ ਚਾਹੋਗੇ? ਹਾਂਜੀ, ਤਾਂ ਇਹ ਸਾਡਾ ਜਿੱਦਾਂ ਖਜ਼ਾਨਾ ਜਿਹੜਾ ਆਪਾਂ ਕਹਿੰਦੇ ਆ, ਖਜ਼ਾਨਾ ਕਹਿ ਜੋ ਦਾ ਟੋਸ਼ਾ ਕਰਨਾ ਆਪਾਂ ਕਹਿ ਲਈਏ, ਪਰਸ਼ੀਅਨ ਲਫ਼ਜ਼ ਹੈਗਾ। ਹਾਂਜੀ, ਸਾਡਾ ਇੰਨਾ ਇਤਿਹਾਸਿਕ ਚੀਜ਼ਾਂ ਸਾਡੀਆਂ ਹੈਗੀਆਂ ਆ ਜੀ, ਸੀਗੀਆਂ ਵੀ ਜੀ। ਤਾਂ ਹੁਣ ਆਪਾਂ ਜੇ ਇੰਨਾ ਸਾਡਾ ਜਿੱਦਾਂ ਹਿਸਟਰੀ ਦੇ ਵਿੱਚ ਸਾਡਾ ਇੰਪੋਰਟੈਂਸ ਚੀਜ਼ਾਂ ਹੈਗੀਆਂ ਆ, ਤਾਂ ਸਾਨੂੰ ਫਰਜ਼ ਪੈਂਦਾ ਆ ਇਹਦੀਆਂ ਚੀਜ਼ਾਂ ਵਾਸਤੇ ਡਿਸਕਸ ਕਰਨੇ ਨੂੰ, ਐਕਸਪਲੇਨ ਕਰਨੇ ਨੂੰ। ਤਾਂ ਆਮ ਤਾਂ ਸਾਨੂੰ ਪਤਾ ਆ ਜਿੱਦਾਂ ਪਾਰਟੀਸ਼ਨ ਦੇ ਵਿੱਚ ਕਿੱਦਾਂ ਪਾਕਿਸਤਾਨ ਦੇ ਵਿੱਚ ਜਿੱਦਾਂ ਗੁਰਦੁਆਰੇ ਉੱਥੇ ਪਿੱਛੇ ਰਹਿ ਗਏ। ਹਾਂਜੀ, 1984 ਦੇ ਵਿੱਚ ਵੀ ਸਾਨੂੰ ਪਤਾ ਜਿੱਦਾਂ ਉੱਥੇ ਸਿੱਖ ਲਾਇਬ੍ਰੇਰੀ ਜਿਹੜੀ ਸੀਗੀ ਉਹ ਵੀ ਜਿੱਦਾਂ ਖਰਾਬ ਹੋ ਗਿਆ ਸੀ। ਤਾਂ ਫਿਰ ਜੇ ਆਪਾਂ ਹੈਰੀਟੇਜ ਨੂੰ ਪ੍ਰੀਜ਼ਰਵ ਕਰਨਾ ਆ ਜੀ, ਆਪਾਂ ਪਹਿਲਾਂ ਦੱਸਣਾ ਵੀ ਸਾਨੂੰ ਫਰਜ਼ ਪੈਂਦਾ ਆ ਕੀ ਆ ਚੀਜ਼ਾਂ ਸਾਡੇ ਜੀ। ਜਿੱਦਾਂ ਆਪਾਂ ਹੁਣ ਰਣਜੀਤ ਸਿੰਘ ਦੀ ਆਪਾਂ ਗੱਲ ਕੀਤੀ ਸੀ, ਜਦੋਂ ਸਾਡਾ ਸਿੱਖ ਐਮਪਾਇਰ ਜਦੋਂ ਸਟੇਬਲ ਹੋ ਗਿਆ ਸੀਗਾ, ਜਦੋਂ ਉਹਨੇ ਸਿੱਖ ਐਮਪਾਇਰ ਜਿੱਦਾਂ ਸ਼ੁਰੂ ਕਰ ਲਿਆ ਸੀਗਾ ਜੀ, ਉਦੋਂ ਹੀ ਜਿੱਦਾਂ ਪੁਰਾਣੇ ਸਿੱਖ ਮਿਸਲ ਜਿਹੜੇ ਹੁੰਦੇ ਸੀਗੇ ਉਹਨਾਂ ਦੀਆਂ ਚੀਜ਼ਾਂ ਉਹਨੇ ਇਕੱਠੀਆਂ ਕਰ ਲਈਆਂ ਸੀਗੀਆਂ ਜੀ। ਤਾਂ ਉਹਨੇ ਜਿੱਦਾਂ ਟੋਸ਼ੋਕਾਨਾ ਸੀਗਾ ਉਹਦਾ ਲਾਹੌਰ ਦੇ ਵਿੱਚ ਵੀ, ਇੱਕ ਅੰਮ੍ਰਿਤਸਰ ਦੇ ਵਿੱਚ ਵੀ ਸੀਗਾ। ਤਾਂ ਉਹਦੀਆਂ ਚੀਜ਼ਾਂ ਜਿਹੜੀਆਂ ਪੁਰਾਣੇ ਇਤਿਹਾਸਿਕ ਚੀਜ਼ਾਂ ਉੱਥੇ ਰੱਖਦੇ ਹੁੰਦੇ ਸੀਗੇ ਜੀ। ਹੁਣ ਵੀ ਜਿੱਦਾਂ ਆਮ ਲੋਕਾਂ ਨੂੰ ਪਤਾ ਨਹੀਂ, ਜਿੱਦਾਂ ਅੰਮ੍ਰਿਤਸਰ ਦੇ ਵਿੱਚ ਵੀ ਛੋਟਾ ਜਿਹਾ ਜਿੱਦਾਂ ਹਰਿਮੰਦਰ ਸਾਹਿਬ ਦੇ ਵਿੱਚ ਹੈਗਾ ਟੋਸ਼ੋਕਾਨਾ, ਉਹ ਚੀਜ਼ਾਂ ਦਿਖਾਉਂਦੇ ਹੁੰਦੇ ਜਦੋਂ ਆਪਾਂ ਕਹਿੰਦੇ ਉਹ ਜਲੂ ਕਹਿੰਦੇ ਆ। ਇਹ ਜਲੂ ਇਹ ਅਕਾਲ ਤਖਤ ਦੀ ਮੈਂ ਗੱਲ ਕਰਦਾ, ਮੈਂ ਹਰਿਮੰਦਰ ਸਾਹਿਬ ਦੀ ਹੁਣ ਗੱਲ ਕਰਦਾ। ਅੱਛਾ ਜੀ, ਉਹ ਜਲੂ ਕਹਿੰਦੇ ਆ ਜਦੋਂ ਕੋਈ ਸਪੈਸ਼ਲ ਓਕੇਜ਼ਨ ਜਿਹੜਾ ਹੁੰਦਾ ਆ, ਗੁਰਪੁਰਬ ਹੁੰਦੇ ਆ, ਉਹ ਸਪੈਸ਼ਲ ਜਿਹੜੇ ਪੁਰਾਣੀਆਂ ਇਤਿਹਾਸਿਕ ਚੀਜ਼ਾਂ ਦਿਖਾਉਂਦੇ ਆ। ਆਮ ਲੋਕਾਂ ਨੂੰ ਇਹਦੇ ਵਾਸਤੇ ਵੀ ਨਹੀਂ ਪਤਾ। ਉਦਾਂ ਜਿਹੜੇ ਸ਼ਾਸਤਰ ਜਿੱਦਾਂ ਤਖਤਾਂ ਦੇ ਵਿੱਚ ਵੀ ਹੈਗਾ, ਜਿੱਦਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਹੈਗੇ ਆ, ਹੋਰ ਵੀ ਤਖਤਾਂ ਦੇ ਵਿੱਚ ਹੈਗੇ ਆ, ਉਹਦੇ ਵਾਸਤੇ ਵੀ ਆਪਾਂ ਕਾਫੀ ਖੋਜ ਕੀਤੀਆਂ ਹੋਈਆਂ। ਤਾਂ ਹੀ ਜਿੱਦਾਂ ਪਹਿਲਾਂ ਸਾਡਾ ਜਿਹੜਾ ਪ੍ਰੋਜੈਕਟ ਜਿਹੜਾ ਕੀਤਾ ਸੀ ਇਹਦੇ ਵਾਸਤੇ ਆਪਾਂ ਗੁਰੂ ਗੋਬਿੰਦ ਸਿੰਘ ਦੇ ਚਰੇਨਾ ਵਾਸਤੇ ਕੀਤਾ ਸੀਗਾ। ਆਹ ਚਰੇਨਾ ਜਿਹੜਾ ਹੈਗਾ ਆ ਆਮ ਲੋਕਾਂ ਨੇ ਕਿਸ ਨੇ ਨਹੀਂ ਦੇਖਿਆ। ਇਹ ਜਿੱਦਾਂ ਮਹਾਰਾਜਾ ਪਟਿਆਲੇ ਦੇ ਆਮ ਪਰਸਨਲ ਕਲੈਕਸ਼ਨ ਦੇ ਵਿੱਚ ਆ, ਇਹ ਫੋਟੋਆਂ ਦੇ ਵਿੱਚ ਆਪਾਂ ਡਿਜੀਟਾਈਜ਼ ਕਰਕੇ ਆਪਾਂ ਪੇਸ਼ ਕੀਤਾ ਆ। ਠੀਕ ਆ, ਫਿਰ ਇਹ ਹਿਸਟਰੀ ਜਿਹੜੇ ਆਪਾਂ ਹਿਸਟਰੀ ਨੂੰ ਵੀ ਕੈਨ ਮੇਕ ਇਟ ਕਮ ਅਲਾਈਵ। ਜਿਹੜੀਆਂ ਚੀਜ਼ਾਂ ਸਾਨੂੰ ਦਿਸਦੀਆਂ ਵੀ ਨਹੀਂ ਉਹ ਹੁਣ ਆਪਾਂ ਰਿਐਲਿਟੀ ਦੇ ਵਿੱਚ ਬਣਾ ਸਕਦੇ ਹਾਂ। ਤੁਸੀਂ ਮਤਲਬ ਇਹ ਲੈ ਕੇ ਆ ਗਏ ਕਿ ਜਿੱਦਾਂ ਹੁਣ ਅਸੀਂ ਕਿਸੇ
ਦੁਕਾਨ ਤੇ ਜਾਂਦੇ ਆ, ਚਲੋ ਉੱਥੇ ਤਾਂ ਜਾਣਾ ਹੀ ਪੈਂਦਾ, ਉੱਥੇ ਹੱਥ ਲਾ ਕੇ ਚੀਜ਼ਾਂ ਅਸੀਂ ਦੇਖ ਸਕਦੇ ਆ। ਇਹ ਤੁਸੀਂ ਘਰ ਬੈਠ ਕੇ ਇਹ ਚੀਜ਼ਾਂ ਜਿਹੜੀਆਂ ਲੱਗਦਾ ਕਿ ਸਾਡੇ ਮੋਹਰੇ ਪਈਆਂ ਆ, ਇਹ ਦੇਖੋ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਇਹ ਕਿੱਥੋਂ ਆਈਆਂ ਆ, ਕਿੱਥੇ ਸੀਗੀਆਂ, ਕੀ ਸੀਗਾ। ਕਿਉਂਕਿ ਆਮ ਜਿਹੜੇ ਸਾਡੇ ਬਜ਼ੁਰਗ ਹੈਗੇ ਉਹਨਾਂ ਨੂੰ ਤਾਂ ਇਹ ਹੁੰਦਾ ਵੀ ਸਾਡੀ ਹਿਸਟਰੀ ਸੀ, ਮਹਾਰਾਜਾ ਰਣਜੀਤ ਸਿੰਘ ਸੀ, ਜਾਂ ਉਹਨਾਂ ਨੂੰ ਕਹੇ ਸਾਡਾ ਉਹ ਹੀਰਾ ਸੀ ਕੋਹਿਨੂਰ ਦਾ, ਜਾਂ ਥੋੜਾ ਬਹੁਤਾ ਹੁੰਦਾ। ਲੇਕਿਨ ਜਿਹੜੀਆਂ ਤੁਸੀਂ ਖੋਜਾਂ ਕੱਢੀਆਂ ਆ, ਇਹਦੇ ਨਾਲ ਮਤਲਬ ਅੱਗੇ ਲਿਜਾਣ ਦੇ ਵਿੱਚ ਜਿੱਦਾਂ ਤੁਹਾਡੇ ਦਿਲ ਦੇ ਵਿੱਚ ਟੀਚਾਈ ਆ ਕਿ ਅਸੀਂ ਆਪਣੀ ਸਿੱਖ ਹਿਸਟਰੀ ਨੂੰ ਲੋਕਾਂ ਤੱਕ ਪਹੁੰਚਾਈਏ, ਸਾਡੇ ਯੂਥ ਆ। ਕਿਉਂਕਿ ਜੇ ਅਸੀਂ ਕੋਈ ਜਿੱਦਾਂ ਕੋਈ ਡਿਜ਼ਾਈਨ ਆਉਂਦਾ ਕਿਸੇ ਵੀ ਚੀਜ਼ ਦਾ, ਜਿੱਦਾਂ ਆਪਾਂ ਕਹਿ ਲਓ ਜਾਂ ਕੱਪੜੇ ਦਾ ਆ ਗਿਆ, ਜਾਂ ਕੰਪਿਊਟਰ ਦੇ ਨਵੇਂ ਟੈਕਨੋਲੋਜੀ ਤੁਸੀਂ ਵਿੱਚ ਰੱਖਦੇ ਹੈਗੇ ਆ, ਜੇ ਉਹ ਨਹੀਂ ਹੈਗਾ ਤਾਂ ਬੱਚੇ ਵੀ ਜਿਹੜੇ ਵਰਤਦੇ ਆ, ਜਿੱਦਾਂ ਬੱਚਿਆਂ ਦੀਆਂ ਗੇਮਸ ਹੁੰਦੀਆਂ ਆ, ਬੱਚਿਆਂ ਦੀ ਗੇਮ ਜਦੋਂ ਵਰਤਦੇ ਤਾਂ ਉਹ ਬੱਚੇ ਫੈਡ ਅਪ ਹੋ ਜਾਂਦੇ ਆ, ਉਹ ਤੋਂ ਫਿਰ ਅੱਗੇ ਉਹਨਾਂ ਨੂੰ ਹੁੰਦਾ ਨਹੀਂ ਵੀ ਅਸੀਂ ਹੁਣ ਕੀ ਕਰੀਏ, ਮਤਲਬ ਕੀ ਦੇਖੀਏ। ਇਹੀ ਮੈਨੂੰ ਲੱਗਦਾ ਕਿ ਤੁਸੀਂ ਜਿੱਦਾਂ ਵੈਸੇ ਤਾਂ ਜਦੋਂ ਇਦਾਂ ਦਾ ਕੋਈ ਖੋਜ ਕਰਦਾ, ਉਹ ਪਰਮਾਤਮਾ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਪਾਉਂਦੇ ਆ ਕਿ ਅਸੀਂ ਹਿਸਟਰੀ ਨੂੰ ਅਸੀਂ ਕਿੱਦਾਂ ਅੱਗੇ ਲੈ ਕੇ ਜਾਣਾ। ਤੁਹਾਡਾ ਇਹੀ ਸੋਚ ਸੀ ਵੀ ਜੇ ਅਸੀਂ ਕੁਝ ਨਹੀਂ ਕੀਤਾ ਆਪਣੇ ਸਿੱਖੀ ਲਈ ਜਾਂ ਆਪਣੇ ਇਤਿਹਾਸ ਨੂੰ ਸਾਂਭ ਕੇ ਨਹੀਂ ਰੱਖਿਆ ਤੇ ਇੱਥੇ ਖਤਮ ਹੋ ਜਾਊਗਾ। ਬਿਲਕੁਲ। ਇਹਦੇ ਨਾਲ ਇਹ ਵੀ ਚੀਜ਼ ਹੈਗੀ ਹੈ ਕਿ ਜਿਹੜਾ ਇਤਿਹਾਸਕ ਗਿਆਨ ਹੁੰਦਾ ਜੀ, ਜੇ ਉਹ ਜਿਵੇਂ ਕਿ ਹੁਣ ਜੇ ਕੋਈ ਇਤਿਹਾਸਕਾਰ ਹੋਵੇ ਤਾਂ ਉਹ ਆਪਣਾ ਗਿਆਨ ਕਿਸ ਨੂੰ ਦੇਣ ਤੋਂ ਬਿਨਾਂ ਤੋਂ ਪਹਿਲਾਂ ਉਹ ਪੂਰਾ ਹੋ ਜਾਵੇ, ਉਹ ਗਿਆਨ ਫਿਰ ਲੋਸਟ ਹੋ ਜਾਂਦਾ। ਹਾਂਜੀ, ਅਸੀਂ ਚਾਹੁੰਦੇ ਕਿ ਜਿਹੜੇ ਵੀ ਇਤਿਹਾਸਕਾਰਕ ਚੀਜ਼ਾਂ ਅਸੀਂ ਲੱਭਦੇ ਹਾਂ ਕਿ ਅਸੀਂ ਉਹ ਪ੍ਰੀਜ਼ਰਵ ਕਰਨ ਵਾਸਤੇ ਅਸੀਂ ਟੈਕਨੋਲੋਜੀ ਦੇ ਵਿੱਚ ਪਾ ਦਈਏ। ਟੈਕਨੋਲੋਜੀ ਫਿਰ ਸਦਾ ਵਾਸਤੇ ਰਹਿਣੀ ਆ, ਕੋਈ ਸਮੇਂ ਦੇ ਨਾਲ ਉਹਨੇ ਵਿਗੜਨਾ ਨਹੀਂ, ਖਰਾਬ ਨਹੀਂ ਹੋਣਾ, ਗਵਾਚਣਾ ਨਹੀਂ, ਉਹ ਸਦਾ ਵਾਸਤੇ ਸਾਡਾ ਪ੍ਰੀਜ਼ਰਵ ਇਤਿਹਾਸ ਉੱਥੇ ਜਿੱਦਾਂ ਇਕੱਠਾ ਹੋ ਰਹੂਗਾ, ਜੋ ਵੀ ਮਤਲਬ ਤੁਸੀਂ ਵਿੱਚ ਇਹਦੇ ਚ ਰੱਖਣਾ ਉੱਥੇ ਮਤਲਬ ਇਕੱਠਾ ਹੋ ਜਾਣਾ, ਰੈਕੋਰਡ ਜਿਹਾ ਹੋ ਜਾਣਾ। ਅੱਜ ਦੀ ਜਨਰੇਸ਼ਨ ਲਈ ਨਹੀਂ, ਆਉਣ ਵਾਲੀ ਜਨਰੇਸ਼ਨ ਲਈ ਵੀ। ਹਾਂਜੀ, ਦੇਖੋ ਕਿੰਨੀ ਵਧੀਆ ਗੱਲ ਕੀਤੀ ਆ ਇਹਨਾਂ ਨੇ ਕਿ ਜੋ ਕੁਝ ਵੀ ਅੱਜ ਇਹ ਤੁਹਾਨੂੰ ਦਿਖਾ ਰਹੇ ਆ, ਜੋ ਕੁਝ ਵੀ ਇਹਨਾਂ ਨੇ ਰਿਐਲਿਟੀ ਜਿਹੜੀ ਰਿਐਲਿਟੀ ਦਾ ਜਿੱਦਾਂ ਲੈ ਕੇ ਆਏ ਆ ਤੁਹਾਡੇ ਲਈ, ਇਹ ਸਦਾ ਲਈ ਸਾਡੇ ਕਹਿੰਦੇ ਆ ਕਿ ਯੁੱਗ ਜਿੱਦਾਂ ਅਟਲ ਗੁਰੂ ਨਾਨਕ ਦੇਵ ਜੀ ਦਾ ਜਿੱਦਾਂ ਹੈਗਾ, ਉਹੀ ਇਹ ਉਹਨਾਂ ਦੇ ਨਾਲ ਹੀ ਇਹ ਹਿਸਟਰੀ ਰਹੂਗੀ ਹੁਣ। ਕਿਉਂਕਿ ਕੰਪਿਊਟਰ ਦੇ ਵਿੱਚ ਇਹਨਾਂ ਨੇ ਜੋ ਪਾ ਕੇ ਤੁਹਾਨੂੰ ਚੀਜ਼ਾਂ ਦਿਖਾ ਲਈਆਂ, ਤੁਸੀਂ ਘਰ ਬੈਠੇ ਜਦੋਂ ਵੀ ਤੁਹਾਡਾ ਦਿਲ ਕੀਤਾ ਵੀ ਅਸੀਂ ਦੇਖਣਾ ਕੁਝ, ਆਪਣੇ ਬੱਚਿਆਂ ਨੂੰ ਕਹੋ ਜਾਂ ਤੁਹਾਨੂੰ ਕੰਪਿਊਟਰ ਦਾ ਤੁਹਾਨੂੰ ਸਾਰਾ ਕੁਝ ਪਤਾ ਜਾ ਕੇ ਤੁਸੀਂ ਦੇਖ ਸਕਦੇ, ਤੁਸੀਂ ਆਪ ਦੇਖੋ। ਤੇ ਤਰਨ ਸਿੰਘ ਜੀ, ਤੇ ਹੋਰ ਮਤਲਬ ਕੀ ਹੈਗਾ ਜਿਹੜੀ ਸਾਡੇ ਸੰਗਤ ਤਾਈਂ ਤੁਹਾਨੂੰ ਲੱਗਦਾ ਕਿ ਜ਼ਰੂਰੀ ਹੈਗਾ ਅਸੀਂ ਪਛਾਣੀਆਂ ਚਾਹੀਦਾ? I think ਜ਼ਰੂਰੀ ਹੈਗਾ ਹੁਣ ਵੈਬਸਾਈਟ ਹੈਗਾ anglosikmuseum.com। ਸੋ ਜੇ ਤੁਸੀਂ ਵੈਬਸਾਈਟ ਤੇ ਜਾ ਕੇ ਉੱਥੇ ਲਿਖਿਆ ਹੈਗਾ ਰੈਲਿਕਸ, ਉੱਥੇ ਰੈਲਿਕਸ ਤੇ ਕਲਿੱਕ ਕਰਕੇ ਤੁਸੀਂ ਉੱਥੇ ਦੇਖ ਸਕਦੇ ਇਹ ਸਾਰੀ ਜਿਹੜੇ ਆਬਜੈਕਟਸ ਜਿਹੜੀ ਆਪਾਂ ਬਣਾਈਆਂ ਹੈਗੀਆਂ, ਤਾਂ ਤੁਸੀਂ ਫਿਰ 3D ਦੇ ਵਿੱਚ ਤੁਸੀਂ ਉਹਨੂੰ ਦੇਖ ਸਕਦੇ ਆ, ਆਪਣੇ ਮੋਬਾਈਲ ਤੇ ਵੀ, ਆਪਣੇ ਕੰਪਿਊਟਰਾਂ ਤੇ ਵੀ। ਨਾਲੇ ਜ਼ਿਆਦਾ ਕਰਕੇ ਅਵੇਅਰਨੈਸ ਦੀ ਲੋੜ ਹੈਗੀ ਆ ਆਪਣੇ ਯੂਥ ਦੇ ਵਿੱਚ। ਅਸੀਂ ਇਹ ਪ੍ਰੋਜੈਕਟ ਕੀਤਾ ਹੈਗਾ, ਤੁਸੀਂ ਦੇਖ ਸਕਦੇ ਆ, ਨਾਲੇ ਦੂਜਿਆਂ ਨੂੰ ਵੀ ਦੱਸੋ ਇਹ ਟੈਕਨੋਲੋਜੀ ਹੈਗੀ ਆ, ਤੁਸੀਂ ਯੂਜ਼ ਕਰ ਸਕਦੇ ਆ। ਜੀ ਕਰਤਾਰ ਸਿੰਘ ਜੀ, ਤੁਸੀਂ ਕਿਹਾ ਕਿ ਤੁਸੀਂ ਇਹ ਜਾਣਦੇ ਹੈਗੇ ਯੂਨੀਵਰਸਿਟੀਆਂ ਦੇ ਵਿੱਚ, ਸਕੂਲਾਂ ਦੇ ਵਿੱਚ, ਜਦੋਂ ਤੁਸੀਂ ਚਲੋ ਜਿਹੜੇ ਛੋਟੇ ਬੱਚੇ ਹੁੰਦੇ ਉਹਨਾਂ ਨੂੰ ਤਾਂ ਮਤਲਬ ਜਦੋਂ ਚਾਅ ਜਿਹਾ ਹੁੰਦਾ ਆ ਪਹਿਲਾਂ ਤਾਂ ਹਾਂ ਵੀ ਇਹ ਕੀ ਆ, ਵੀ ਇਹ ਸਿੱਖਣ ਦਾ ਥੋੜਾ ਜਿਹਾ ਟਾਈਮ ਲੱਗਦਾ ਉਹਨਾਂ ਨੂੰ ਸਿਖਾਉਣ ਦਾ, ਕਿਉਂਕਿ ਕੰਪਿਊਟਰ ਵੀ ਉਹ ਘੱਟ ਸ਼ਾਇਦ ਯੂਜ਼ ਕਰਦੇ ਆ ਛੋਟੀਆਂ ਕਲਾਸਾਂ ਵਾਲੇ। ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਜਦੋਂ ਜਾਂਦੇ ਆ, ਉੱਥੇ ਤੁਹਾਨੂੰ ਸਿਰਫ ਜਿਹੜੇ ਸਿੱਖੀ ਨਾਲ ਜੁੜੇ ਹੋ ਬੱਚੇ ਉਹੀ ਇੰਟਰਸਟ ਲੈਂਦੇ ਕਿ ਹੋਰ ਵੀ ਲੈਂਦੇ ਆ? ਜੇ ਅਸੀਂ ਇਤਿਹਾਸ ਨੂੰ ਦੇਖੀਏ, ਇਤਿਹਾਸ ਦੇ ਵਿੱਚ ਕਈ ਯੂਨੀਵਰਸਿਟੀ ਵਿੱਚ ਖੋਜ ਕਰਦੇ ਆ, ਕਈ ਕਾਫੀ ਇੰਟਰਸਟ। ਹੁਣ ਮੈਂ ਜਦੋਂ ਫਾਲਮਥ ਤੇ ਐਕਸਟਰ ਯੂਨੀਵਰਸਿਟੀ ਗਿਆ ਸੀਗਾ, ਉੱਥੇ ਉਹਨੇ ਹਿਸਟਰੀ ਸੁਸਾਇਟੀ ਲਈ ਲੈਕਚਰ ਕੀਤਾ। ਉਸ ਵੇਲੇ ਉੱਥੇ ਜ਼ਿਆਦਾਤਰ ਗੈਰ ਸਿੱਖ ਸੀਗੇ, ਪਰ ਉਹਨਾਂ ਸਾਰਿਆਂ ਕੋਲ ਇੱਕ ਸਿੱਖ ਇਤਿਹਾਸ ਬਾਰੇ ਇੰਟਰਸਟ ਸੀਗਾ, ਦੂਜੀ ਸੀਗੀ ਆ ਟੈਕਨੋਲੋਜੀ ਬਾਰੇ, ਕਰਕੇ ਇਹ ਟੈਕਨੋਲੋਜੀ ਨਵੀਂ ਚੀਜ਼ ਕਰਕੇ ਇਹ ਸਾਰਿਆਂ ਨੇ ਇਹਦੇ ਪਿੱਛੇ ਅਗਲੇ 5-10 ਸਾਲ ਵਿੱਚ ਇਹ ਆਮ ਬਣ ਜਾਣਾ। ਅਸੀਂ ਇਹ ਸਾਡੀ ਮਾਰਜ ਦੀ ਬੜੀ ਕਿਰਪਾ ਹੋਈ ਕਿ ਅਸੀਂ ਜਿਵੇਂ ਕਿ ਮੇਨ ਮੂਵਮੈਂਟ ਤੋਂ ਪਹਿਲਾਂ ਅਸੀਂ ਸ਼ੁਰੂਆਤ ਅਸੀਂ ਆਏ ਹਾਂ ਅਤੇ ਅਸੀਂ ਇਹਦੇ ਨਾਲ ਅਸੀਂ ਸਿੱਖ ਇਤਿਹਾਸ ਨੂੰ ਕਈ ਲੋਕਾਂ ਵਿੱਚ ਵਧਾਇਆ। ਰਿਸਪੌਂਸ ਯੂਨੀਵਰਸਿਟੀ ਤੋਂ ਵੀ ਆਇਆ, ਜਿਹੜੇ ਨੌਜਵਾਨ ਉੱਥੇ ਸਟੂਡੈਂਟ ਪੜ੍ਹਦੇ ਆ, ਉਹ ਵੈਰੀ ਪੋਜ਼ਿਟਿਵ ਸੀਗਾ ਕਿ ਅਸੀਂ ਵੀ ਚਾਹੁੰਦੇ ਕਿ ਅਸੀਂ ਇਹ ਟੈਕਨੋਲੋਜੀ ਬਾਰੇ ਸਿੱਖੀਏ, ਅਸੀਂ ਵੀ ਇਨਕੋਰਪੋਰੇਟ ਕਰੀਏ ਆਪਣੇ ਜਿਹੜੇ ਇਤਿਹਾਸਕ ਪ੍ਰੈਜੈਂਟੇਸ਼ਨਸ ਆ। ਹਾਂਜੀ, ਤੁਸੀਂ ਯੂਨੀਵਰਸਿਟੀਆਂ ਸਕੂਲਾਂ ਵਿੱਚ ਜਾਂਦੇ ਆ, ਤੁਹਾਨੂੰ ਕੀ ਲੱਗਦਾ ਜਿਹੜੇ ਗੁਰਦੁਆਰੇ ਆ
ਉਹਨਾਂ 'ਚ ਜਾਣਾ ਵੀ ਜ਼ਰੂਰੀ ਆ। ਬਿਲਕੁਲ ਹਾਂਜੀ, ਕਿਉਂਕਿ ਉੱਥੇ ਸਾਡੇ ਮਤਲਬ ਆਮ ਆਪਣੇ ਲੋਕੀ ਮਤਲਬ ਆਉਂਦੇ ਸਿੱਖੀ ਨਾਲ ਜੁੜੇ ਹੋ ਜ਼ਿਆਦਾ, ਤੇ ਤੁਹਾਡਾ ਇਹ ਹੈਗਾ ਕਿ ਅਸੀਂ ਗੁਰਦੁਆਰੇ ਵਿੱਚ ਜਾ ਕੇ ਵੀ ਉਹਨਾਂ ਨੂੰ ਦੱਸੀਏ, ਕਿਉਂਕਿ ਇਹ ਜਿਹੜਾ ਇਤਿਹਾਸ ਹੈ ਇਹ ਸਾਰਿਆਂ ਵਾਸਤੇ ਆ, ਇਹ ਸੰਗਤ ਵਿੱਚ ਜ਼ਰੂਰ ਅਸੀਂ ਫੈਲਾਉਣਾ ਚਾਹੁੰਦੇ ਆ। ਇਹਦੇ ਨਾਲ ਜਿਹੜੇ ਸਾਡੇ ਗੁਰੂ ਘਰਾਂ ਵਿੱਚ ਜੁੜੀਆਂ ਸੰਗਤਾਂ ਆ, ਸੰਗਤਾਂ ਗੁਰੂ ਤੋਂ ਬਿਨਾਂ ਸੰਗਤ ਹੈ ਨਹੀਂ। ਗੁਰੂ ਘਰ ਦੇ ਵਿੱਚ ਅਸੀਂ ਇਹ ਚੀਜ਼ਾਂ ਨੂੰ ਦਿਖਾਈਏ, ਨੌਜਵਾਨਾਂ ਨੂੰ ਵੀ ਚਾਹ ਹੁੰਦਾ, ਇੰਟਰਸਟ ਵੀ ਹੁੰਦਾ। ਅਸੀਂ ਇਹ ਵੀ ਚਾਹੁੰਦੇ ਕਿ ਜਿਹੜੇ ਗੁਰੂ ਘਰ ਹਨ, ਜਦੋਂ ਇਤਿਹਾਸ ਜਿਵੇਂ ਕਿ ਕੋਈ ਬਾਹਰਲਾ ਆਉਂਦਾ ਗੁਰੂ ਘਰ ਵਿੱਚ, ਉਹਨਾਂ ਨੂੰ ਵੀ ਇਤਿਹਾਸ ਦਿਖਾਈਏ, ਉਹਨਾਂ ਨੂੰ ਵੀ ਪਤਾ ਲੱਗੇ ਕਿ ਇਹ ਟੈਕਨੋਲੋਜੀ ਸਾਡੇ ਕੋਲ ਹੈਗੀ। ਨਾਲੇ ਗੁਰਦੁਆਰੇ 'ਚ ਉਹ ਟੈਕਨੋਲੋਜੀ ਦੇਖ ਕੇ ਉਹਨਾਂ ਨੇ ਜ਼ਿਆਦਾ ਚਾਹਵਾਨ ਹੋਣ ਕਿ ਗੁਰੂ ਘਰ ਵਿੱਚ ਆਮ ਤੌਰ ਤੇ ਕਹਿੰਦੇ ਕਿ ਨਾਲੇ ਬਹੁਤ ਸ਼ਾਂਤੀ ਵੀ ਮਿਲਦੀ ਆ, ਇੱਥੇ ਲੰਗਰ ਵੀ ਬਹੁਤ, ਹਸਪਿਟੈਲਿਟੀ ਵੀ ਹੁੰਦੀ ਆ। ਅਸੀਂ ਵੀ ਚਾਹੁੰਦੇ ਕਿ ਇਹਦੇ ਨਾਲ ਲੋਕਾਂ ਨੂੰ ਪਤਾ ਹੋਵੇ ਕਿ ਸਿੱਖ ਇਤਿਹਾਸ ਕਿੰਨਾ ਤਕੜਾ ਹੈ ਅਤੇ ਉਹਦੇ ਨਾਲ ਕਨੈਕਟ ਕਰਨ। ਪਰ ਇਹਦੇ ਵਿੱਚ ਇਹ ਵੀ ਵਧੀਆ ਚੀਜ਼ ਹੈਗੀ ਆ ਕਿ ਜੇ ਤੁਸੀਂ ਹੁਣ ਵੈਬਸਾਈਟ ਤੇ ਜਾਓ, ਉਹ ਲਿੰਕ ਤੁਸੀਂ WhatsApp ਦੇ ਵਿੱਚ ਤੁਸੀਂ ਸ਼ੇਅਰ ਕਰ ਸਕਦੇ, ਦੁਨੀਆ ਭਰ ਦੇ ਤੁਹਾਡੇ ਰਿਸ਼ਤੇਦਾਰ, ਤੁਹਾਡੇ ਮਿੱਤਰ ਆ, ਸਾਰਿਆਂ ਨੂੰ ਤੁਸੀਂ ਭੇਜ ਸਕਦੇ ਤਾਂ ਕਿ ਉਹ ਵੀ ਇਸ ਟੈਕਨੋਲੋਜੀ ਨਾਲ ਕਨੈਕਟ ਜੋੜ ਸਕਦੇ, ਨਾਲ ਇਹਨਾਂ ਨੂੰ ਵੀ ਜਿਹੜੇ ਇਤਿਹਾਸ ਬਾਰੇ ਥੋੜ੍ਹੀ ਜਾਣਕਾਰੀ ਵੀ ਮਿਲ ਸਕਦੀ ਆ। ਪਰ ਸਾਨੂੰ ਇਹ ਬਹੁਤ ਵੱਡੀ ਜ਼ਰੂਰਤ ਹੈਗੀ ਹੈ ਕਿ ਜਿੰਨੀਆਂ ਵੀ ਸੰਗਤਾਂ ਨੂੰ, ਜਿੰਨੇ ਵੀ ਗੈਰ ਸਿੱਖਿਆ ਯੂਨੀਵਰਸਿਟੀਆਂ, ਜਿੱਥੇ ਵੀ ਇਹ ਟੈਕਨੋਲੋਜੀ ਇਤਿਹਾਸ ਅਸੀਂ ਸ਼ੇਅਰ ਕਰ ਸਕਦੇ, ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਫੈਲਾਈਏ ਤਾਂ ਕਿ ਇੱਕ ਹੈਗਾ ਸਾਡੇ ਨੌਜਵਾਨ ਸਾਡੇ ਸਿੱਖ ਇਤਿਹਾਸ ਨਾਲ ਜੁੜਨ। ਜਿਹੜੇ ਗੈਰ ਸਿੱਖ ਹੋਣ, ਜੇ ਤੁਸੀਂ ਐਂਗਲੋ ਸਿੱਖ ਵਾਰਸ ਬਾਰੇ ਦੇਖੀਏ, ਜਦੋਂ ਅਸੀਂ ਲੈਕਚਰ ਸੀਰੀਜ਼ ਕੀਤਾ ਸੀਗਾ ਲੈਸਟਰ ਦੇ ਮਿਊਜ਼ੀਅਮ ਵਿੱਚ, ਉਸ ਵੇਲੇ ਜਿਹੜੇ ਗੈਰ ਸਿੱਖ ਵੀ ਸੀਗੇ ਉਹਨਾਂ ਨੇ ਵੀ ਆਪਣਾ ਇਤਿਹਾਸ ਦੱਸਿਆ ਕਿ ਸਾਡਾ ਇਤਿਹਾਸ ਦੇ ਵਿੱਚ ਅਸੀਂ ਵੀ ਪੰਜਾਬ ਦੇ ਵਿੱਚ ਅਸੀਂ ਲੜੇ ਸੀਗੇ, ਸਾਡੇ ਵੱਡੇ ਵਡੇਰੇ ਲੜੇ ਸੀਗੇ, ਜਾਂ ਸਿੱਖਾਂ ਨਾਲ ਸੰਬੰਧਿਤ ਇਕੱਠੇ ਹੋ ਕੇ ਲੜੇ ਆ। ਇਹ ਜਿਹੜੇ ਰਿਸ਼ਤੇਦਾਰੀਆਂ, ਇਹ ਜਿਹੜਾ ਇਤਿਹਾਸ ਹੈ, ਜਿਨ੍ਹਾਂ ਅਸੀਂ ਵੱਧ ਫੁੱਲ ਕੇ ਅਸੀਂ ਲੋਕਾਂ ਦੇ ਵਿੱਚ ਪਾਈਏ। ਸਾਨੂੰ ਆਪਣਾ ਇਤਿਹਾਸ ਦੂਜਿਆਂ ਦੇ ਅੱਖਾਂ ਦੇ ਵਿੱਚੋਂ, ਦੂਜਿਆਂ ਦੇ ਖਿਆਲਾਂ ਦੇ ਵਿੱਚੋਂ ਸਾਨੂੰ ਵੀ ਜਾਣਕਾਰੀ ਮਿਲਦੀ ਹੈ ਤੇ ਸਾਡੀ ਫਿਰ ਇਤਿਹਾਸ ਬਾਰੇ ਜਿਵੇਂ ਕਿ ਪੂਰੀ ਤਸਵੀਰ ਮਿਲ ਜਾਂਦੀ ਹੈ ਕਿ ਇਤਿਹਾਸ ਕਿਸ ਤਰ੍ਹਾਂ ਦਾ ਸੀਗਾ ਤੇ ਉਹ ਰਿਐਲਿਟੀ ਅਸੀਂ ਕਿਸ ਤਰ੍ਹਾਂ ਅਸੀਂ ਰਿਕਾਰਡ ਕਰ ਸਕਦੇ ਹਾਂ। ਜੀ, ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਵੀ ਸਾਡੇ ਜਿਹੜੇ ਸਿੱਖਿਆ ਕਿੱਥੇ ਕਿੱਥੇ ਲੜੇ ਹੈਗੇ ਆ। ਕਿਉਂਕਿ ਮੈਂ ਦੇਖ ਰਹੀ ਸੀ ਕਿ ਇਜ਼ਰਾਈਲ ਦੇ ਵਿੱਚ ਉਹਨਾਂ ਨੇ ਜਦੋਂ ਕਿ ਇਜ਼ਰਾਈਲ ਦੇ ਨਾਲ ਉਹਨਾਂ ਨੇ ਲੜੇ ਸੀ ਤਾਂ ਉਹਨਾਂ ਨੇ ਸਟੈਂਪ ਵੀ ਬਣਾਈ ਹੋਆ ਨਾ ਸਿੱਖੀ ਦੇ ਵਰਕੇ, ਕਿ ਇਹ ਵੀ ਬਹੁਤ ਘੱਟ ਆਪਣਾ ਮਤਲਬ ਆਮ ਲੋਕਾਂ ਨੂੰ ਪਤਾ ਨਹੀਂ ਹੁੰਦਾ ਅਨਲੈਸ ਕਿ ਤੁਸੀਂ ਹਿਸਟਰੀ ਪੜ੍ਹੋ, ਬੁੱਕਸ ਪੜ੍ਹੋ, ਕਿਉਂਕਿ ਤੁਸੀਂ ਤਾਂ ਹੁਣ ਘਰ ਘਰ ਦੇ ਵਿੱਚ ਇਹ ਸਾਰਾ ਕੁਝ ਲੈ ਕੇ ਆਉਣਾ। ਇਹ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਜਦੋਂ ਤੁਸੀਂ ਨਹੀਂ ਵੀ ਜਿਹਨਾਂ ਨੂੰ ਪੜ੍ਹਨਾ ਆਉਂਦਾ ਉਹ ਵੀ ਇਹ ਦੇਖੂਗੇ, ਉਹ ਵੀ ਉਹਨਾਂ ਦੇ ਮਤਲਬ ਜਿਹੜੀਆਂ ਪੁਰਾਣੀ ਹਿਸਟਰੀ, ਸਾਡੀ ਹਿਸਟਰੀ ਨਾਲ ਜੁੜੂਗੇ। ਜਦੋਂ ਮੈਂ ਗੁਰਦੁਆਰੇ ਦੀ ਗੱਲ ਕੀਤੀ ਆ ਵੀ ਉੱਥੇ ਜਾ ਕੇ ਵੀ ਤੁਸੀਂ ਕਰਨਾ ਹੈਗਾ, ਉਹਦੇ ਵਿੱਚ ਇੱਦਾਂ ਹੁੰਦਾ ਕਿ ਜਿਹੜੇ ਆਪਾਂ ਯੂਥ ਨੂੰ ਜਦੋਂ ਜੋੜਨਾ ਆ, ਇਹ ਨਹੀਂ ਹੁੰਦਾ ਕਿ ਜਿਹੜੇ ਸਾਰੇ ਯੂਥ ਯੂਨੀਵਰਸਿਟੀ 'ਚ ਚਲੋ ਹੁੰਦੇ ਹੈਗੇ, ਜਦੋਂ ਯੂਨੀਵਰਸਿਟੀਆਂ ਛੱਡ ਕੇ ਕਈ ਵਾਰੀ ਲੋਕ ਜਿਹੜੇ ਆਮ ਹੈਗੇ, ਕਈ ਵਾਰੀ ਰੈਗੂਲਰ ਜਿਹੜੇ ਗੁਰਦੁਆਰੇ ਜਾਂਦੇ ਆ, ਉਹਨਾਂ ਲਈ ਵੀ ਇੱਕ ਬਹੁਤ ਵਧੀਆ ਮੌਕਾ ਆ। ਬਿਲਕੁਲ, ਕਰਕੇ ਜੇ ਅਸੀਂ ਅੱਖਾਂ ਬੰਦ ਕਰਕੇ ਅਸੀਂ ਪੰਗਾਣੀ ਦਾ ਨੂੰ ਜ਼ਿਕਰ ਕਰੀਏ ਤਾਂ ਸਾਡੇ ਮਨ ਵਿੱਚ ਸਾਨੂੰ ਕਿਹੜੀ ਤਸਵੀਰਾਂ ਆਉਣਗੀਆਂ। ਅਸੀਂ ਚਾਹੁੰਦੇ ਕਿ ਜੋ ਇਤਿਹਾਸਕ, ਜੋ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਸੀਗਾ, ਜੇ ਅਸੀਂ ਉਹ ਇਤਿਹਾਸਕ ਚੀਜ਼ ਸਾਹਮਣੇ ਕਰੀਏ ਤਾਂ ਲੋਕਾਂ ਦੇ ਮਨਾਂ ਵਿੱਚ ਇਹ ਅਸਲ ਤੌਰ ਦੇ ਵਿੱਚ ਉਹ ਰੀਅਲ ਬਣ ਜਾਂਦਾ ਕਿ ਗੁਰੂ ਸਾਹਿਬ ਐਕਚੁਅਲੀ ਇਹਨਾਂ ਜੰਗਾਂ ਵਿੱਚ ਲੜੇ ਸੀਗੇ, ਇਹ ਚੀਜ਼ਾਂ ਹੋਈਆਂ ਸਾਡੇ ਇਤਿਹਾਸ ਵਿੱਚ। ਕਰਕੇ ਜਦੋਂ ਅਸੀਂ ਹੁਣ ਦੇਖਦੇ ਅਸੀਂ ਇੰਗਲੈਂਡ ਵਿੱਚ ਰਹਿੰਦੇ ਆ, ਸਾਡਾ ਆਪਣਾ ਦੇਸ਼ ਹੈ ਨਹੀਂ, ਸਾਡਾ ਜਿਹੜਾ ਸਿੱਖ ਰਾਜ ਹੈ ਉਹ ਤੋੜਿਆ ਗਿਆ ਸੀਗਾ। ਜਦੋਂ ਅਸੀਂ ਆਪਣੇ ਇਤਿਹਾਸ ਨਾਲ ਜੁੜਦੇ ਹਾਂ, ਸਾਨੂੰ ਆਪਣੇ ਸ਼ਹਿਨशाह ਦਾ ਯਾਦ ਆ ਜਾਂਦਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਸ਼ਹਿਨशाह ਦੇ ਵਾਰਸ ਹਾਂ, ਅਸੀਂ ਉਹਨਾਂ ਦੇ ਪੀੜ੍ਹੀਆਂ ਤੋਂ ਆਏ ਹਾਂ ਤੇ ਸਾਡਾ ਕਿਰਦਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਜੀ, ਉਹਦੇ ਨਾਲ ਮਤਲਬ ਕਹਿੰਦੇ ਆਟੋਮੈਟਿਕਲੀ ਤੁਹਾਡਾ ਹੌਸਲਾ ਮਤਲਬ ਬੁਲੰਦ ਹੋ ਜਾਂਦਾ, ਫਿਰ ਹੋਰ ਹਿਸਟਰੀ ਖੋਜ ਤੇ ਦੇਖਣ ਨੂੰ ਦਿਲ ਕਰਦਾ, ਖੋਜ ਕਰਨ ਨੂੰ ਦਿਲ ਕਰਦਾ, ਕਿਉਂਕਿ ਤੁਸੀਂ ਖੋਜ ਹੁਣ ਜਿਹੜੀ ਕਰ ਰਹੇ ਆ ਲੋਕਾਂ ਤੱਕ ਆਪਣੇ ਸਾਡੇ ਯੰਗਸਟਰ ਤੱਕ ਪਹੁੰਚਾ ਰਹੇ ਆ। ਤੇ ਗੁਰਿੰਦਰ ਸਿੰਘ ਜੀ, ਤੁਸੀਂ ਤਾਂ ਹਿਸਟਰੀ ਦੇ ਨਾਲ ਬਹੁਤ ਦੇਰ ਤੋਂ ਜੁੜੇ, ਤੁਸੀਂ ਕਿਤਾਬਾਂ ਵੀ ਲਿਖੀਆਂ ਆ ਤੇ ਕਿਤਾਬਾਂ ਜਿਹੜੀਆਂ ਕਿੰਨੀਆਂ ਹੁਣ ਤੱਕ ਲਿਖੀਆਂ ਬੁੱਕਸ? ਜੇ ਉੱਦਾਂ ਤਾਂ 2 ਕਿਤਾਬਾਂ ਮੈਂ ਲਿਖੀਆਂ ਹੋਈਆਂ। ਕਾਫੀ ਜਿੱਦਾਂ ਉੱਦਾਂ ਤਾਂ ਮੈਂ ਗੁਰੂ ਗੋਬਿੰਦ ਸਿੰਘ ਵਾਸਤੇ, ਜਿੱਦਾਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਵਾਸਤੇ ਮੈਂ ਲਿਖੀਆਂ ਹੋਈਆਂ, ਸ੍ਰੀ ਦਸਮ ਗ੍ਰੰਥ ਸਾਹਿਬ ਵਾਸਤੇ ਜੀ। ਹਾਂਜੀ, ਤਾਂ ਉਹਦੇ ਵਾਸਤੇ ਕਾਫੀ ਖੋਜ ਕੀਤਾ ਹੋਇਆ। ਤਾਂ ਉਹ ਖੋਜ ਦੇ ਵਿੱਚ ਹੋਰ ਵੀ ਜਿੱਦਾਂ ਖੋਜ ਨਿਕਲ ਜਾਂਦੇ ਆ, ਤਾਂ ਉਹ ਟਾਈਮ ਤੋਂ ਜਿੱਦਾਂ ਜੇ ਆਪਾਂ ਗੁਰੂ ਪੀਰੀਅਡ ਆਪਾਂ ਕਹਿੰਦੇ ਆ, ਉਹਦੇ ਵਾਸਤੇ ਕਾਫੀ ਖੋਜ ਕੀਤੀ ਹੋਈ ਆ। ਤਾਂ ਐਂਗਲੋ ਸਿੱਖ ਵੋਰ ਜਿਹੜੇ ਆਪਾਂ ਗੱਲ ਕਰਦੇ ਸੀਗੇ, ਪੰਜਾਬ ਦੇ ਜਦੋਂ ਟੁੱਟ ਗਏ ਸੀਗੇ ਕਿੰਗਡਮ, ਉਹਦੇ ਵਾਸਤੇ ਵੀ ਜਿੱਦਾਂ ਆਪਾਂ ਬੜਾ ਐਗਜ਼ੀਬਿਸ਼ਨ ਕੀਤਾ ਸੀਗਾ ਲੈਸਟਰ ਦੇ 2016 2017 ਦੇ ਵਿੱਚ। ਉੱਥੇ ਸੀਗਾ ਜਦੋਂ ਆਪਾਂ ਪਹਿਲੀ ਵਾਰੀ ਆਪਾਂ ਟੈਕਨੋਲੋਜੀ ਦਿਖਾਈ ਸੀਗੀ ਜੀ। ਤਾਂ
ਉੱਦਾਂ ਜੇ ਹੋਰ ਕਿਤਾਬ ਵਾਸਤੇ ਆਪਾਂ ਕਹਿੰਦੇ ਆ, ਮੇਰੀ ਨਵੀਂ ਕਿਤਾਬ ਆ ਰਹੀ ਆ ਨੈਕਸਟ ਮੰਥ, ਉਹ ਬ੍ਰਿਟਿਸ਼ ਐਂਡ ਦ ਸਿੱਖਸ ਕਹਿੰਦੇ ਆ, ਤਾਂ ਗੋਰਿਆਂ ਦਾ ਨਾਲੇ ਸਿੱਖਾਂ ਦਾ ਕਿੱਦਾਂ ਜਿੱਦਾਂ ਰਿਲੇਸ਼ਨਸ਼ਿਪ ਜਿਹਾ ਸੀਗਾ ਜੀ। ਪਹਿਲੀ ਵਾਰੀ ਜਦੋਂ ਸਿੱਖ ਮਿਸਲਾਂ ਨਾਲ ਗੋਰਿਆਂ ਨੂੰ ਪਤਾ ਲੱਗਾ ਸੀਗਾ, ਉਹਦੇ ਵਾਸਤੇ ਵੀ ਜਿੱਦਾਂ ਕਾਫੀ ਮੈਂ ਉਹਦੇ ਵਿੱਚ ਕਿਤਾਬ ਵਿੱਚ ਪੇਸ਼ ਕਰਨੇ ਆ, ਨਾਲੇ ਹੋਰ ਵੀ ਜਿੱਦਾਂ ਐਂਗਲੋ ਸਿੱਖ ਵੋਰ, ਨਾਲੇ ਜਿੱਦਾਂ ਸਿੱਖ ਕਿੱਦਾਂ ਭਰਤੀ ਹੋਏ ਸੀਗੇ ਇੰਡੀਅਨ ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ, ਤਾਂ ਡਿਫਰੈਂਟ ਜਿੱਦਾਂ ਫੈਸਟਸ ਜਿਹੜਾ ਆਪਾਂ ਕਹਿੰਦੇ ਆ, ਮਤਲਬ ਉਹੀ ਤੁਸੀਂ ਆ ਵੀ ਜਿਹੜੀ ਹਿਸਟਰੀ ਆ ਜਾਨੀ ਕਿ ਲੋਕਾਂ ਨੂੰ ਲੈ ਕੇ ਪਿੱਛੋਂ ਲੈ ਕੇ ਚੱਕ ਕੇ ਹੁਣ ਅੱਜ ਦੇ ਮਾਡਰਨ ਜ਼ਮਾਨੇ ਦੇ ਨਾਲ ਜੋੜਨਾ ਚਾਹੁੰਦੇ ਆ, ਕਿਉਂਕਿ ਜਿਹੜੀ ਟੈਕਨੋਲੋਜੀ ਵੀ ਹੈਗੀ ਆ। ਤੇ ਤਰਨ ਸਿੰਘ ਜੀ, ਤੁਸੀਂ ਤਾਂ ਟੈਕਨੋਲੋਜੀ ਦੇ ਨਾਲ ਹੀ ਹੈਗੇ ਆ, ਕਿਉਂਕਿ ਜੋ ਕੁਝ ਕੀਤਾ ਇਹ ਬਹੁਤ ਮਤਲਬ ਜੇ ਜਿੱਦਾਂ ਤੁਸੀਂ ਕਿਹਾ ਤੁਸੀਂ ਮਿਲ ਗਏ ਡਿਫਰੈਂਟ ਤੇ ਮਿਲ ਕੇ ਜਿੱਦਾਂ ਇੱਕ ਟੀਮ ਬਣਾ ਲਈ, ਤੇ ਹੁਣ ਤੁਸੀਂ ਜਿਹੜਾ ਕੰਮ ਕਰਦੇ ਆ ਕਿੰਨਾ ਕੁ ਜਿੱਦਾਂ ਇੱਕ ਦੂਜੇ ਦੇ ਨਾਲ ਪਹਿਲਾਂ ਸਲਾਹ ਕਰਦੇ ਆ ਵੀ ਕੋਈ ਗੱਲਬਾਤ ਕਿੱਦਾਂ ਮਤਲਬ ਸ਼ੁਰੂ ਕਿੱਦਾਂ ਕਰਦੇ ਆ? ਸੋ ਅਸੀਂ ਕਾਫੀ ਜਿੱਦਾਂ ਪਲੈਨਿੰਗ ਕਰਦੇ ਹੁੰਦੇ ਆ, ਕਾਫੀ ਜਿੱਦਾਂ ਮਿਊਜ਼ੀਅਮਾਂ ਨੂੰ ਜਾਣਾ, ਕਾਫੀ ਜਦੋਂ ਉੱਥੇ ਸਾਨੂੰ ਜਦੋਂ ਇਤਿਹਾਸਿਕ ਚੀਜ਼ਾਂ ਲੱਭਦੀਆਂ ਫਿਰ ਅਸੀਂ ਸਾਨੂੰ ਡਿਸੀਜਨ ਬਣਾਉਣਾ ਪੈਂਦਾ ਪਈ ਕਿਹੜੀ ਚੀਜ਼ ਅਸੀਂ ਬਣਾਏ, ਕਿਉਂਕਿ ਸਾਰੀਆਂ ਚੀਜ਼ਾਂ ਅਸੀਂ ਨਹੀਂ ਬਣਾ ਸਕਦੇ। ਅਸੀਂ ਚਾਹੁੰਦੇ ਪਏ ਅਸੀਂ ਸਾਰਾ ਕੁਝ ਬਣਾ ਲਈਏ ਹਨਾ, ਪਰ ਟਾਈਮ ਸਮਾਂ ਕਰਕੇ ਹਨਾ ਸਾਨੂੰ ਜਿੱਦਾਂ ਅਸੀਂ ਕਈ ਜਿੱਦਾਂ ਸਪੈਸ਼ਲ ਚੀਜ਼ਾਂ ਲੱਭ ਕੇ ਫਿਰ ਸੋ ਸਾਡਾ ਆਪਸ ਵਿੱਚ ਸਾਡੀ ਗੱਲਬਾਤ ਹੁੰਦੀ ਰਹਿੰਦੀ ਆ ਆਨਲਾਈਨ ਜਿੱਦਾਂ ਜਾਂ ਫੋਨ ਤੇ, ਤਾਂ ਫਿਰ ਅਸੀਂ ਲਿਸਟ ਕਰਦੇ ਆਬਜੈਕਟਸ, ਫਿਰ ਅਸੀਂ ਦੇਖਦੇ ਪਏ ਕਿਹੜੇ ਆਬਜੈਕਟਸ ਸਾਡੇ ਕੋਲ ਕਿੰਨਾ ਟਾਈਮ ਹੈਗਾ ਨਾ, ਕਿੰਨਾ ਸਮਾਂ ਹੈਗਾ। ਤੇ ਜ਼ਿਆਦਾ ਕਰਕੇ ਜਿੱਦਾਂ ਫੰਡਿੰਗ ਕਰਕੇ ਸਾਨੂੰ ਕਈ ਵਾਰੀ ਕਈ ਚੀਜ਼ਾਂ ਕੱਟਣੀਆਂ ਪਈਆਂ ਕਿਉਂਕਿ ਟਾਈਮ ਨਹੀਂ ਸੀਗਾ, ਕਈ ਆਬਜੈਕਟ ਕੋ ਸਾਡੇ ਕੋਲ ਐਕਸੈਸ ਨਹੀਂ ਸੀਗਾ, ਸੋ ਅਸੀਂ ਉਹ ਨਹੀਂ ਬਣਾ ਸਕੇ ਹੈ ਨਾ। ਪਰ ਕਾਫੀ ਜਿੱਦਾਂ ਖੁਸ਼ ਹੈ ਹਾਂਜੀ ਯੂ نو ਵਿਦ what we've achieved ਹੈ ਨਾ। ਇਦਾਂ ਵੀ ਹੈਗਾ ਕਿ ਜਿਹੜੀ ਇਸ ਤਰ੍ਹਾਂ ਦੀ ਕੋਈ ਤੁਹਾਨੂੰ ਮੁਸ਼ਕਲ ਆਈ ਆ ਕਿ ਆਹ ਚੀਜ਼ ਤੁਸੀਂ ਨਹੀਂ ਲੈ ਉੱਤੇ ਰੱਖ ਸਕਦੇ, ਨਹੀਂ ਦਿਖਾ ਸਕਦੇ, ਕੋਈ ਜਿੱਦਾਂ ਹੁੰਦਾ ਨਾ ਕਿ ਵੀ ਬੰਦਸ਼ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਆਹ ਚੀਜ਼ਾਂ ਇੰਨੀਆਂ ਤੁਸੀਂ ਦਿਖਾ ਸਕਦੇ, ਤੋਂ ਜਿਹੜੀ ਆਹ ਚੀਜ਼ ਆ ਇਹ ਨਹੀਂ ਮਤਲਬ ਇਤਿਹਾਸ ਨਾਲ ਜੁੜੀਆਂ ਕੋਈ ਨਹੀਂ ਦਿਖਾ ਸਕਦੇ? ਜਿੱਦਾਂ ਤਰਨ ਨੇ ਕਿਹਾ ਸਾਡੇ ਕੋਲ ਚੋਇਸ ਆ, ਸਾਡੇ ਕੋਲ ਚੋਇਸ ਵੀ ਹੈਗਾ ਕਿ ਕਿਹੜੀਆਂ ਚੀਜ਼ਾਂ ਆਪਾਂ ਯੂਜ਼ ਕਰਨੀਆਂ। ਜੇ ਆਪਾਂ ਸਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਅਜੀਤਗੜ੍ਹ ਤੋਂ ਜਾਂ ਮਿਊਜ਼ੀਅਮ ਤੋਂ, ਆਪਾਂ ਪਰਮਿਸ਼ਨ ਵੀ ਲੈ ਲੈਂਦੇ ਆ। ਉਹਦਾ ਆਮ ਜਿੱਦਾਂ ਆਪਾਂ ਕਿਹਾ ਸੀਗਾ ਜੇ ਕੋਈ ਹਿਸਟਰੀ ਸਾਨੂੰ ਦਿਸਦੀ ਵੀ ਨਹੀਂ, ਇਹ ਟੈਕਨੋਲੋਜੀ ਆਪਾਂ ਹਿਸਟਰੀ ਆਪਾਂ ਲਾਈਵ ਬਣਾ ਸਕਦੇ ਆ, ਆਪਾਂ ਫੋਟੋਗ੍ਰਾਫ ਤੋਂ ਚੀਜ਼ਾਂ ਬਣਾ ਸਕਦੇ ਆ। ਸਾਡੇ ਕੋਲ 3D ਸਕੈਨਰ ਵੀ ਆ, ਸਕੈਨਰ ਦਾ ਮਤਲਬ ਹੈਗਾ ਆਪਾਂ ਸਕੈਨਰ ਆਬਜੈਕਟ ਵਿੱਚ ਏਦਾਂ ਰਾਉਂਡ ਕਰਕੇ ਉਹ ਡਿਵੈਲਪ ਕਰ ਸਕਦੇ ਆ 3D ਮਾਡਲ। ਤਾਂ ਇਹ ਜਿਹੜੀ ਟੈਕਨੋਲੋਜੀ ਜਿਹੜੀ ਹੈਗੀ ਆ ਇਹ ਜਿੱਦਾਂ ਉੱਦਾਂ ਤਾਂ ਕਾਫੀ ਸਾਲ ਆਪਾਂ ਹੁਣ ਹੋ ਗਿਆ ਆਪਾਂ ਡਿਵੈਲਪ ਕੀਤੇ ਆ, ਉੱਦਾਂ ਆਮ ਸੰਗਤਾਂ ਨੂੰ ਥੋੜਾ ਜਿਹਾ ਟਾਈਮ ਲੱਗ ਜਾਊਗਾ ਕੈਚਅਪ ਹੋਣੇ ਨੂੰ ਜਿੱਦਾਂ। ਹਾਂਜੀ, ਕਿਉਂਕਿ ਜਿੱਦਾਂ ਕਿ ਗੁਰਿੰਦਰ ਜੀ ਨੇ ਕਿਹਾ ਕਿ ਇਹ ਜਿਹੜੀ ਨਵੀਂ ਟੈਕਨੋਲੋਜੀ ਆ ਥੋੜਾ ਜਿਹਾ ਟਾਈਮ ਲੱਗ, ਕਿਉਂਕਿ ਕੋਈ ਵੀ ਜਦੋਂ ਪਹਿਲਾਂ ਫੋਨ ਆਏ ਸੀ ਕਹਿਣਾ ਸਾਨੂੰ ਚਲਾਉਣੇ ਨਹੀਂ ਆਉਂਦੇ, ਪਤਾ ਨਹੀਂ ਲੱਗਦਾ ਕੀ ਹੋ ਰਿਹਾ ਆ, ਮਤਲਬ ਇੱਕ ਜਣੇ ਨੇ ਸਿੱਖ ਲੈਣੇ ਫਿਰ ਉਹਨੇ ਅੱਗੇ ਸਿਖਾਲ ਦੇਣੇ, ਇੱਦਾਂ ਹੀ ਕਿ ਅੱਜ ਇਹ ਪਹਿਲਾ ਦਿਨ ਹੈਗਾ ਇਤਿਹਾਸ ਦਾ ਕਿ ਇਤਿਹਾਸ ਦੀਆਂ ਜਿਹੜੀਆਂ ਚੀਜ਼ਾਂ ਹੈ ਟੈਕਨੋਲੋਜੀ ਦੇ ਰਾਹੀਂ ਤੁਹਾਡੇ ਤੇ ਇਹ ਪਹੁੰਚਾਉਣੀਆਂ ਆ ਤੇ ਪਹੁੰਚ ਵੀ ਰਹੀਆਂ ਆ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਤੇ ਹੁਣ ਗੁਰਦੁਆਰਿਆਂ ਦੇ ਵਿੱਚ। ਮੈਨੂੰ ਲੱਗਦਾ ਕਿ ਹੁਣ ਆਪਾਂ ਦੇ ਸਮਰ ਆ ਜਾਣੀ ਆ ਤੇ ਉੱਥੇ ਸਾਡੇ ਮੇਲੇ ਲੱਗਣੇ ਆ, ਉੱਥੇ ਵੀ ਲੈ ਕੇ ਜਾਓਗੇ। ਮੇਲੇ ਦੇ ਵਿੱਚ ਤਾਂ ਹਰ ਤਰ੍ਹਾਂ ਦੀ ਦੁਨੀਆ ਆਉਂਦੀ ਆ ਤੇ ਇਹਨਾਂ ਦਾ ਬਹੁਤ ਵੱਡਾ ਜਿਹੜਾ ਇੱਕ ਤੁਹਾਨੂੰ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਆ ਕਿ ਇਹ ਸਾਡੇ ਜਿਹੜੀ ਯੰਗ ਜਨਰੇਸ਼ਨ ਆ ਉਹਨਾਂ ਤੱਕ ਇਹ ਪਹੁੰਚਾਉਂਦੇ ਆ, ਤੁਹਾਡੇ ਤੱਕ ਤੁਸੀਂ ਅੱਗੇ ਤੋਂ ਅੱਗੇ ਪਹੁੰਚਾਉਣੇ ਆ। ਤੇ ਇਹਦੇ ਨਾਲ ਜਿੱਦਾਂ ਹੁਣ ਹੋਰ ਤੁਹਾਡਾ ਅੱਗੇ ਤੋਂ ਅੱਗੇ ਜਿਹੜਾ ਕਿੰਨਾ ਕੁ ਹੈਗਾ ਕਿ ਅਸੀਂ ਹੋਰ ਕੀ ਕਰਨਾ ਆ? ਜਿੱਦਾਂ ਤਰਨ ਕਹਿੰਦੇ ਸੀਗੇ ਸਾਡੇ ਕੋਲ ਆਪਾਂ ਲਿਸਟ ਬਣਾਏ ਹੋਏ ਆ, ਜਿੱਦਾਂ ਕਾਫੀ ਜਿੱਦਾਂ ਹੁਣ ਆਪਾਂ ਇਦਾਂ ਇਹ ਜਿੱਦਾਂ ਸਨੋਬੋਲ ਇਫੈਕਟ ਆਪਾਂ ਕਹਿੰਦੇ ਆ, ਜਦੋਂ ਇੱਕ ਮਿਊਜ਼ੀਅਮ ਨੂੰ ਪਤਾ ਲੱਗ ਜਾਂਦਾ ਉਹ ਵੀ ਫਿਰ ਸਾਨੂੰ ਜਿੱਦਾਂ ਈਮੇਲ ਆਉਂਦੇ ਆ ਉਹ ਵੀ ਕਹਿੰਦੇ ਆ ਸਾਡੇ ਕੋਲ ਵੀ ਜਿੱਦਾਂ ਚੀਜ਼ਾਂ ਹੈਗੀਆਂ ਤੁਸੀਂ ਵੀ ਆ ਕੇ ਦੇਖੋ, ਮਤਲਬ ਤੁਹਾਨੂੰ ਸੱਦਾ ਆਈ ਜਾਂਦਾ ਕਿਤੇ ਨਾ ਕਿਤੇ, ਜਿੱਦਾਂ ਕਿ ਕਹਿੰਦੇ ਵੀ ਸਾਡੀ ਵੀ ਅਸੀਂ ਕਹੀਏ ਵੀ ਉਸ ਮਿਊਜ਼ੀਅਮ ਤੋਂ ਇਹ ਚੀਜ਼ ਮਿਲੀ ਆ, ਉਤੋਂ ਇਹ ਚੀਜ਼ ਮਿਲੀ ਆ, ਸਾਡੀ ਵੀ ਮਸ਼ਹੂਰੀ ਹੋਵੇ। ਹਾਂਜੀ, ਤੇ ਤੁਸੀਂ ਜਿੱਦਾਂ ਜਾਂਦੇ ਆ ਜਗ੍ਹਾ ਦੇ ਉੱਤੇ ਤੇ ਤੁਹਾਨੂੰ ਹੋਰ ਜਿਹੜੇ ਬੱਚੇ ਜਾਂ ਕੋਈ ਹੋਰ ਚਾਹੁੰਦੇ ਆ ਕਿ ਹਾਂ ਅਸੀਂ ਸਿੱਖਣਾ ਚਾਹੁੰਦੇ ਆ ਜਾਂ ਅਸੀਂ ਨਾਲ ਜੁੜਨਾ ਚਾਹੁੰਦੇ ਆ, ਕਿੱਦਾਂ ਦਾ ਮਤਲਬ ਤੁਹਾਨੂੰ ਲੱਗਦਾ ਆ ਵੀ ਇਹ ਜੋ ਤੁਹਾਡੇ ਦਿਲ 'ਚ ਹੈਗਾ ਅਸੀਂ ਆਹ ਕਰਨਾ ਚਾਹੁੰਦੇ ਆ, ਤੁਹਾਡੇ ਉਤਸ਼ਾਹ
ਮਿਲਦਾ ਆ ਜ਼ਿਆਦਾ? ਐਬਸੋਲੂਟਲੀ, ਨੌਜਵਾਨ ਜਿਹੜੇ ਵੀ ਮਿਲਦੇ, ਸਿਆਣੇ ਵੀ ਜਿਹੜੇ ਮਿਲਦੇ ਸਾਨੂੰ, ਉਹ ਇਨਕਰੇਜ ਕਰਦੇ, ਕਹਿੰਦੇ ਪੁੱਤਰੋ ਤੁਸੀਂ ਬਹੁਤ ਵਧੀਆ ਕੰਮ ਕਰਦੇ ਆ, ਤੁਸੀਂ ਅੱਗੇ ਇੱਕ ਵਾਧਾ ਕੰਮ ਕਰੀ ਜਾਓ, ਤੁਸੀਂ ਇਹਨੂੰ ਡਿਵੈਲਪ ਕਰੀ ਜਾਓ। ਇਹ ਚੈਲੰਜ ਇਹ ਹੁੰਦਾ ਹੈ ਕਿ ਜਿਹੜਾ ਹੁਣ ਇਹ ਜੇ ਟੈਕਨੋਲੋਜੀ ਆ, ਅੱਜ ਜਿਹੜੇ ਸਾਡੇ ਆਬਜੈਕਟਸ ਆ ਜੀ, ਹਜੇ ਵੀ ਕਈ ਆਬਜੈਕਟਸ ਪ੍ਰਾਈਵੇਟ ਕਲੈਕਸ਼ਨ ਦੇ ਵਿੱਚ ਹਜੇ ਹੈਗੀਆਂ ਜੋ ਕਿਸੇ ਨੂੰ ਨਹੀਂ ਪਤਾ ਉਹ ਕਿੱਥੇ ਹੈਗੀਆਂ। ਅਸੀਂ ਚਾਹੁੰਦੇ ਹਾਂ ਹੌਲੀ ਹੌਲੀ ਸਮੇਂ ਦੇ ਨਾਲ ਜਦ ਸਾਡਾ ਜਿਹੜਾ ਪ੍ਰੋਜੈਕਟ ਆ ਹੋਰ ਮਸ਼ਹੂਰ ਹੋਏਗਾ, ਲੋਕਾਂ ਦੇ ਸਾਹਮਣੇ ਆਏਗਾ, ਕਿ ਕੋਸ਼ਿਸ਼ ਕਰਦੇ ਹਾਂ ਕਿ ਉਹ ਜਿਹੜੀ ਚੀਜ਼ਾਂ ਅਸੀਂ ਵੀ ਉਹਨਾਂ ਨੂੰ ਲੱਭ ਕੇ, ਜਿਹੜਾ ਨੇ ਕਲੈਕਟ ਕੀਤਾ ਉਹਨਾਂ ਨਾਲ ਰਿਸ਼ਤੇਦਾਰੀ ਬਣਾ ਕੇ, ਰਿਲੇਸ਼ਨਸ਼ਿਪ ਬਣਾ ਕੇ, ਅਸੀਂ ਉਹਨਾਂ ਨੂੰ ਵੀ ਇਨਕਰੇਜ ਕਰੀਏ ਕਿ ਇਹ ਸੰਗਤਾਂ ਦੇ ਮੂਹਰੇ ਲਿਆਈਏ, ਕਿਉਂਕਿ ਇਹ ਚੀਜ਼ ਜੇ ਸਾਨੂੰ ਇਹ ਸਮਝ ਨਹੀਂ ਲੱਭੀ ਫਿਊਚਰ ਵਿੱਚ ਲੱਭ ਲੂਗੀ। ਮਹਾਰਾਜ ਦੀ ਕਿਰਪਾ, ਸਾਨੂੰ ਪੂਰਾ ਵਿਸ਼ਵਾਸ ਹੈ ਕਿ ਮਹਾਰਾਜ ਸਾਡੀ ਸਪੋਰਟ ਕਰਨੀ ਹੈ ਕਿ ਅਸੀਂ ਇਹ ਪ੍ਰੋਜੈਕਟ ਇਹ ਸਿਰਫ 1 ਸਾਲ ਦਾ ਨਹੀਂ, 2 ਸਾਲ ਨਹੀਂ, ਇਹ ਸਦਾ ਵਾਸਤੇ ਵਧਾਈ ਜਾਣਾ, ਕਿਉਂਕਿ ਜਿਹੜਾ ਵੱਡਾ ਸਾਡਾ ਖਜ਼ਾਨਾ ਸੀਗਾ ਉਹ ਇਹ ਸਾਰਾ ਅਸੀਂ ਟੈਕਨੋਲੋਜੀ ਦੇ ਵਿੱਚ ਹੀ ਬਣਾਉਣੀ। ਹਾਂਜੀ, ਤੁਸੀਂ ਮਤਲਬ ਜਿਹੜੀ ਵੀ ਚੀਜ਼ ਲੱਭਣੀ ਤੁਸੀਂ ਇਹਦੇ ਵਿੱਚ ਐਡ ਕਰੀ ਜਾਣੀ ਆ, ਮਤਲਬ ਉੱਥੇ ਫੇਰ ਜਿੱਦਾਂ ਕਹਿੰਦੇ ਹੁੰਦੇ ਆ ਬੈਂਕ ਦੇ ਵਿੱਚ ਜਮ੍ਹਾਂ ਕਰਵਾਈ ਜਾਣੀ ਆ, ਤਾਂ ਉੱਥੋਂ। ਹਾਂਜੀ, ਮੈਂ ਇੱਕ ਵਾਰੀ ਇਹ ਇੱਕ ਚੀਜ਼ ਮੈਂ ਦੇਖਦਾ ਕਿ ਜਦੋਂ ਅਸੀਂ ਇਤਿਹਾਸ ਬਾਰੇ ਕਰਦੇ ਹਾਂ, ਅਸੀਂ ਕਈ ਵਾਰੀ ਸਿਰਫ ਮਿਲੀਟਰੀ ਤੌਰ ਤੇ ਅਸੀਂ ਇਤਿਹਾਸ ਨੂੰ ਦੇਖਦੇ ਹਾਂ। ਹਾਂਜੀ, ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਨੂੰ ਇਹ ਵੀ ਪਤਾ ਲੱਗੇ ਕਿ ਸਾਡੇ ਇਤਿਹਾਸ ਵਿੱਚ ਬਹੁਤ ਤਕੜੇ ਫਿਲਾਸਫਰ ਵੀ ਹੋਏ ਸੀਗੇ, ਪੋਇਟਸ ਵੀ ਹੋਏ ਸੀਗੇ, ਆਰਕੀਟੈਕਟਸ ਵੀ ਹੋਏ ਸੀਗੇ। ਇਹ ਸਾਡੀ ਕਮਿਊਨਿਟੀ ਦੇ ਵਿੱਚ ਹਰ ਖੇਤਰ ਦੇ ਵਿੱਚ ਟੌਪ ਲੈਵਲ ਦੇ ਬੰਦੇ ਹੋਏ ਸੀਗੇ, ਅਤੇ ਉਹਨਾਂ ਦੀ ਚੀਜ਼ਾਂ ਸਿਰਫ ਸ਼ਾਸਤਰਾਂ ਦੀ ਨੇ ਜਿਵੇਂ ਕਿ ਟੈਕਨੋਲੋਜੀ ਵਿੱਚ ਪਾਏ। ਹੁਣ ਮਹਾਰਾਜ ਦਲੀਪ ਸਿੰਘ ਦੇ ਜਿਹੜਾ ਹੈਗਾ ਕਲਗੀ ਆ, ਕੁਝ ਸ਼ਾਸਤਰ ਵੀ ਕੀਤੇ ਆ, ਮਹਾਰਾਜ ਜਿੰਦ ਕੌਰ ਦੇ ਜਿਹੜੇ ਕਾਂਟੇ ਜਾਂ ਪੰਜੰਗਲਾ, ਇਹ ਸੀ ਇਹ ਸਾਰੀ ਟੈਕਨੋਲੋਜੀ ਵਿੱਚ ਅਸੀਂ ਪਾਇਆ ਤਾਂ ਕਿ ਸਾਡੇ ਨੌਜਵਾਨ ਨੂੰ ਸਿਰਫ ਇੱਕ ਹਿਸਟਰੀ ਦਾ ਇੱਕ ਅੰਗ ਨਾ ਪਤਾ ਲੱਗੇ ਕਿ ਕਈ ਅੰਗ ਉਹਦੇ ਸਾਹਮਣੇ ਪੇਸ਼, ਮਤਲਬ ਜੋ ਵੀ ਜੁੜਿਆ ਸੀ, ਜਿੱਦਾਂ ਕਿ ਸਾਡੇ ਉਸ ਸਮੇਂ ਦੇ ਵਿੱਚ ਜਿਹੜੇ ਸਾਡੀ ਮਹਾਰਾਣੀਆਂ ਸੀ, ਉਹ ਕਿੱਦਾਂ ਦਾ ਪਹਿਰਾਵਾ ਸੀ ਉਹਨਾਂ ਦਾ, ਫਿਰ ਉਹ ਜੁੜੇ ਹੁੰਦੇ, ਕਿਉਂਕਿ ਕਈ ਵਾਰੀ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ, ਸੋਚਦੇ ਆ ਵੀ ਸ਼ਾਇਦ ਉਹ ਬੜੇ ਸਿੰਪਲ ਤਰੀਕੇ ਨਾਲ ਰਹਿੰਦੀਆਂ ਸੀ, ਲੇਕਿਨ ਨਹੀਂ, ਉਹਨਾਂ ਦਾ ਹਾਰ ਸ਼ਿੰਗਾਰ, ਮਤਲਬ ਜਿਹੜੀ ਜੁਐਲਰੀ ਸੀ ਸਪੈਸ਼ਲ ਹੁੰਦੀ ਸੀ, ਸਪੈਸ਼ਲ ਤਰੀਕੇ ਦੇ ਨਾਲ ਬਣਾਈ ਹੁੰਦੀ ਸੀ, ਉਹ ਅਲੱਗ ਸੀ, ਉਹ ਮੁੜ ਕੇ ਉਹਦਾ ਡਿਜ਼ਾਈਨ ਵੀ ਨਹੀਂ ਕਿਸੇ ਤੋਂ ਬਣਾ ਹੋਇਆ, ਜਿੱਦਾਂ ਕਿ ਹੁਣ ਦਿਖਾਇਆ ਗਿਆ, ਤੁਸੀਂ ਦੇਖ ਸਕਦੇ ਹੋ। ਦੇਖੋ ਰਾਣੀ ਜਿੰਦਾਂ ਦੀ ਇਹ 50 ਹਾਂਜੀ, ਤੇ ਇਸ ਕਰਕੇ ਇਹ ਬਹੁਤ ਜ਼ਰੂਰੀ ਹੈਗਾ ਕਿ ਜਿਹੜੀ ਸਾਡੀ ਜਨਰੇਸ਼ਨ ਹੈਗੀ ਆ, ਕਿਉਂਕਿ ਕਈ ਵਾਰੀ ਜਿਹੜੇ ਅੱਜ ਦੀਆਂ ਜੰਗ ਸਾਡੀ ਜਨਰੇਸ਼ਨ ਜਿਹੜੀ ਜੁਐਲਰੀ ਪਸੰਦ ਕਰਦੇ ਆ, ਉਹ ਫਿਰ ਡਿਜ਼ਾਈਨ ਵੀ ਚਾਹੁੰਦੇ ਹੁੰਦੇ ਆ, ਹਾਂ ਕਿ ਅਸੀਂ ਵੀ ਮਹਾਰਾਣੇ ਕਿੱਦਾਂ ਸੀ ਸਾਡੇ ਪਾਉਂਦੇ ਉੱਦਾਂ ਦੇ ਡਿਜ਼ਾਈਨ ਕਰੀਏ। ਤੇ ਤਰਨ ਸਿੰਘ ਜੀ, ਤੁਸੀਂ ਹੋਰ ਸਾਡੇ ਜਿਹੜੀ ਸੰਗਤ ਆ ਉਹਦੇ ਲਈ ਹੋਰ ਕੀ ਦੱਸਣਾ ਚਾਹੁੰਦੇ ਆ ਜਿਹੜੀਆਂ ਸੋ ਜਦੋਂ ਆਪਾਂ ਜਿੱਦਾਂ ਸਕਰੀਨ ਜਾਂ ਅਸੀਂ ਵਰਚੁਅਲ ਰਿਐਲਿਟੀ ਲੈ ਕੇ ਜਾਂਦੇ ਕਮਿਊਨਿਟੀ ਦੇ ਵਿੱਚ ਨਾ, ਅਸੀਂ ਜਿਹੜੇ ਇਹ ਬਹੁਤ ਜਿੱਦਾਂ ਈਜ਼ੀ ਟੂ ਯੂਜ਼ ਆ, ਜਿੱਦਾਂ ਅਸੀਂ ਔਖਾ ਨਹੀਂ ਬਣਾਇਆ ਹੈਗਾ, ਬਹੁਤ ਈਜ਼ੀ, 5 ਸਾਲ ਦਾ ਬੱਚਾ ਵੀ ਇੱਥੇ ਆ ਕੇ ਇਹਦੇ ਨਾਲ ਜਿੱਦਾਂ ਖੇਡ ਸਕਦਾ। ਤਾਂ ਅਸੀਂ ਬੱਚੇ ਨੂੰ ਇੱਦਾਂ ਕਹਿੰਦੇ ਤੁਸੀਂ ਖੇਡੋ ਇਹਦੇ ਨਾਲ, ਕਿਉਂਕਿ ਖੇਡਣ ਦੇ ਵਿੱਚ ਵੀ ਉਹ ਸਿੱਖ ਵੀ ਜਾਂਦੇ ਲਾਈਕ ਥੋੜਾ ਬਹੁਤਾ ਨਾ। ਸੋ ਦੋ ਫਾਇਦੇ ਆ ਇਹਦੇ ਵਿੱਚ ਜਦੋਂ ਆਪਾਂ ਬਾਹਰ ਜਾਂਦੇ ਨੇ। ਇੱਕ ਤਾਂ ਅਸੀਂ ਜਿੱਦਾਂ ਹਿਸਟਰੀ ਬਾਰੇ ਲੋਕਾਂ ਨੂੰ ਦੱਸਦੇ ਹਾਂ, ਤਾਂ ਦੂਜੀ ਚੀਜ਼ ਆ ਪੇ ਸਾਡੇ ਕਮਿਊਨਿਟੀ ਦੇ ਵਿੱਚ ਇਹ ਟੈਕਨੋਲੋਜੀ ਦੀ ਅਵੇਅਰਨੈਸ ਵੀ ਹੋ ਜਾਵੇ, ਕਿਉਂਕਿ ਅਸੀਂ ਚਾਹੁੰਦੇ ਸਾਡੀ ਕਮਿਊਨਿਟੀ ਵੱਧ ਤੋਂ ਵੱਧ ਵਧੇ। ਸੋ ਜੇ ਅਸੀਂ ਟੈਕਨੋਲੋਜੀ ਦੇ ਵਿੱਚ ਐਕਸਪਰਟ ਹੋ ਸਕਦੇ ਹਾਂ, ਅਸੀਂ ਗਾਂਹ ਵੱਧ ਸਕਦੇ ਹਾਂ, ਫਿਰ ਸਾਡੀ ਕਮਿਊਨਿਟੀ ਵਾਸਤੇ ਬਹੁਤ ਵਧੀਆ। ਕਿਉਂਕਿ ਅੱਗੇ ਜੇ ਅਸੀਂ ਦੇਖਿਆ ਹੁਣ ਜਿੰਨੇ ਵੀ ਜਿੱਦਾਂ ਜੌਬ ਹੋਣੇ ਆ, ਜਿੰਨੇ ਵੀ ਜਿੱਦਾਂ ਫਿਊਚਰ ਦੇ ਜੌਬ ਹੋਣੇ ਆ ਨਾ, ਇਹ ਟੈਕਨੋਲੋਜੀ ਦੇ ਵਿੱਚ ਹੋਣੇ ਆ ਸਾਰੇ ਜੌਬ। ਸੋ ਜਿੰਨਾ ਜ਼ਿਆਦਾ ਅਸੀਂ ਆਪਣੇ ਬੱਚਿਆਂ ਨੂੰ ਇੱਧਰ ਵੱਲ ਪੁਸ਼ ਕਰੀਏ, ਹੈ ਨਾ, ਸੋ ਜ਼ਿਆਦਾ ਸਾਡੀ ਕਮਿਊਨਿਟੀ ਵਾਸਤੇ ਕਾਫੀ ਫਾਇਦਾ ਹੋ ਸਕਦਾ। ਤਰਨ ਜੀ, ਤੇ ਹੁਣ ਜੀ ਹੋ ਗਿਆ ਸਾਡਾ ਬ੍ਰੇਕ ਦਾ ਟਾਈਮ, ਅਸੀਂ ਲੈ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ। ਕਿਤੇ ਨਹੀਂ ਜਾਣਾ, ਦੇਖਦੇ ਰਹੋ ਸਿੱਖ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।